ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਲਈ ਜਿਨ੍ਹਾਂ ਬਾਰੇ ਕੈਨੇਡਾ ਦੇ ਵਿੱਚ ਚਰਚਾ ਹੁੰਦੀ ਰਹੀ ਹੈ ਜਾਂ ਲੋਕਾਂ ਨੇ ਜਿਨ੍ਹਾਂ ਦੇ ਬਾਰੇ ਗੱਲਬਾਤ ਕੀਤੀ ਆ। ਸਿਰਫ ਅੱਜ ਨਹੀਂ, ਪਿਛਲੇ ਲੰਬੇ ਸਮੇਂ ਤੋਂ ਕੋਵਿਡ-19 ਕਰੋਨਾ ਵਾਇਰਸ ਤੇ ਉਹਦਾ ਵੇਰੀਐਂਟ ਓਮੀਕਰੋਨ ਲੋਕਾਂ ਦੇ ਵਿੱਚ ਚਰਚਾ ਬਣਿਆ ਆ। ਬਹੁਤੀਆਂ ਅਖਬਾਰਾਂ ਦੀਆਂ ਖਬਰਾਂ ਇਹਦੇ ਆਲੇ ਦੁਆਲੇ ਘੁੰਮਦੀਆਂ, ਬਹੁਤੇ ਮਸਲੇ ਦੇ ਆਲੇ ਦੁਆਲੇ ਘੁੰਮਦੇ ਆ ਕਿਉਂਕਿ ਦੁਨੀਆ ਦੀ ਆਰਥਿਕਤਾ ਦੇ ਉੱਤੇ ਸਭ ਤੋਂ ਵੱਡਾ ਪ੍ਰਭਾਵ ਇਸ ਵੇਲੇ ਕੋਵਿਡ-19 ਦਾ ਆ। ਪੂਰੀ ਦੁਨੀਆ, ਸਿਰਫ ਕੈਨੇਡਾ ਨਹੀਂ, ਪੂਰੀ ਦੁਨੀਆ ਦੇ ਵਿੱਚੋਂ ਬਾਹਰ ਨਿਕਲਣ ਦਾ ਯਤਨ ਕਰ ਰਹੀ ਹੈ। ਅੱਜ ਇੱਕ ਖਬਰ ਬਾਰੇ ਬਹੁਤ ਚਰਚਾ ਹੋਈ। ਚਰਚਾ ਅੱਜ ਹੋ ਰਹੀ ਹੈ, ਖਬਰ ਕੱਲ੍ਹ ਦੀ ਹੈ। ਦਰਅਸਲ ਖਬਰ ਕੱਲ੍ਹ ਦੀ ਨਹੀਂ, ਖਬਰ ਪਿਛਲੇ ਸਾਲ ਦੀ ਆ ਤੇ ਬੜੇ ਲੰਬੇ ਸਮੇਂ ਦੀ ਹੈ। ਕੱਲ੍ਹ ਇੱਕ ਸਿਟੀ ਨਿਊਜ਼ ਦੇ ਨਾਲ ਕੁਝ ਲੋਕਾਂ ਨੇ ਆਪਣਾ ਅਨੁਭਵ ਸਾਂਝਾ ਕੀਤਾ। ਇੱਕ ਜੋੜੇ ਨੇ, ਇੱਕ ਪੰਜਾਬੀ ਕਪਲ ਨੇ ਆਪਣਾ ਅਨੁਭਵ ਸਾਂਝਾ ਕੀਤਾ। ਉਹਨਾਂ ਨੇ ਦੱਸਿਆ ਕਿ ਅਸੀਂ 3 ਵਾਰੀ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਗਏ। ਉਸ ਔਰਤ ਦੇ ਬੱਚਾ ਹੋਣ ਵਾਲਾ ਸੀ। ਉਹਨਾਂ ਨੇ ਸਰੀ ਮੈਮੋਰੀਅਲ ਹਸਪੀਟਲ ਨੇ ਉਹਨੂੰ ਘਰ ਭੇਜ ਦਿੱਤਾ ਤੇ ਚੌਥੀ ਵਾਰੀ ਜਦੋਂ ਉਹ ਵਾਪਸ ਆਏ ਤੇ ਉਹਨਾਂ ਨੇ ਬੱਚੇ ਨੂੰ ਫਲੋਰ ਦੇ ਉੱਤੇ ਹੀ ਜਨਮ ਦੇ ਦਿੱਤਾ। ਉਸ ਕੁੜੀ ਨੇ ਆਪਣੀ ਉਹ ਦੁੱਖ ਭਰੀ ਕਹਾਣੀ ਬਿਆਨ ਕੀਤੀ ਆ ਜਿਹਨੇ ਇੱਕ ਵਾਰੀ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਕੱਲ੍ਹ ਇਹ ਖਬਰ ਆਈ, ਉਹਦੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਆਪਣੇ ਦੁੱਖ ਦਰਦ ਸਾਂਝੇ ਸ਼ੁਰੂ ਕਰ ਦਿੱਤੇ ਕਿ ਸਾਡੇ ਨਾਲ ਵੀ ਇੱਦਾਂ ਹੋਇਆ ਸੀ। ਐਮਰਜੈਂਸੀ ਦੇ ਵਿੱਚ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਲੰਬੀ ਉਡੀਕ ਆਮ ਤੌਰ 'ਤੇ ਚਰਚਾ ਦਾ ਵਿਸ਼ਾ ਰਹਿੰਦੀ ਹੈ। ਬਹੁਤ ਸਾਰੇ ਲੋਕ ਇਹਦੇ ਬਾਰੇ ਗੱਲ ਕਰਦੇ ਆ, ਕੋਈ ਖਬਰਾਂ ਦੇ ਵਿੱਚ ਆ ਜਾਂਦਾ ਤੇ ਬਹੁਤ ਸਾਰੇ ਖਬਰਾਂ ਦੇ ਵਿੱਚ ਨਹੀਂ ਆਉਂਦੇ। ਹੁਣ ਜਦੋਂ ਕੱਲ੍ਹ ਇਸ ਜੋੜੇ ਦੀ ਖਬਰ ਬਾਹਰ ਆਈ ਆ ਜਿਹਨੇ ਦੱਸਿਆ ਕਿ ਸਾਡੇ ਨਾਲ ਐਡਾ ਵੱਡਾ ਹਾਦਸਾ ਹੋਇਆ, ਤੇ ਹੁਣ ਉਹਦੇ ਤੋਂ ਬਾਅਦ ਲੋਕਾਂ ਨੇ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਸਾਡੇ ਨਾਲ ਵੀ ਲਗਭਗ ਇੱਦਾਂ ਹੀ ਹੋਇਆ ਸੀ। ਇੱਕ ਔਰਤ ਨੇ ਆਪਣਾ ਦਰਦ ਬਿਆਨ ਕੀਤਾ। ਉਹ ਦੱਸਦੀ ਆ ਕਿ ਜਦੋਂ ਮੈਂ ਇਸ ਜੋੜੇ ਦੀ ਇਹ ਖਬਰ ਸੁਣੀ ਕਿ ਇਸ ਔਰਤ ਨੇ ਹਸਪੀਟਲ ਦੇ ਫਲੋਰ ਦੇ ਉੱਤੇ, ਇਹ ਤੋਂ ਪਹਿਲਾਂ ਕਿ ਉਹ ਡਾਕਟਰਾਂ ਤੱਕ ਪਹੁੰਚਦੀ, ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ, ਜਿਹੜੀ ਇੱਕ ਬੜੀ ਮੰਦਭਾਗੀ ਗੱਲ ਆ ਸਿਸਟਮ ਦੇ ਲਈ। ਇਸ ਘਟਨਾ ਨੇ, ਉਹ ਕਹਿੰਦੀ, ਮੈਨੂੰ ਆਪਣਾ ਵੇਲਾ ਯਾਦ ਕਰਵਾ ਦਿੱਤਾ ਕਿ ਮੇਰੇ ਨਾਲ ਵੀ ਇੱਦਾਂ ਹੀ ਹੋਇਆ ਸੀ। ਉਹ ਗੱਲ ਸਾਂਝੀ ਕਰਦੀ ਆ। ਉਹ ਕਹਿੰਦੀ ਵੀ ਪਿਛਲੇ ਸਾਲ ਅਕਤੂਬਰ ਨੂੰ, 29 ਅਕਤੂਬਰ ਨੂੰ, ਉਹ ਕਹਿੰਦੀ ਸਵੇਰੇ 7 ਵਜੇ ਮੈਂ ਸ਼ਾਮ ਦੇ 7 ਵਜੇ ਉਹ ਕਹਿੰਦੇ ਮੈਂ ਹਸਪੀਟਲ ਦੇ ਵਿੱਚ ਗਈ ਹਾਂ। ਉੱਥੇ ਜਾ ਕੇ ਦੱਸਿਆ ਕਿ ਮੇਰੇ ਇਸ ਤਰ੍ਹਾਂ ਕਰਕੇ ਜਿਹੜਾ ਪੇਨਸ ਹੋ ਰਹੀਆਂ ਆ। ਉਹਨੂੰ ਦੱਸਿਆ ਗਿਆ ਕਿ ਤੇਰਾ ਅਜੇ ਜਿਹੜਾ ਸਰਵਿਕਸ ਆ ਉਹ 1 ਸੈਂਟੀਮੀਟਰ ਡਾਇਲੇਟ ਹੋਇਆ ਆ, ਤੂੰ ਘਰ ਚਲੇ ਜਾ। ਉਹ ਔਰਤ ਘਰ ਚਲੇ ਗਈ। 7 ਵਜੇ ਸਵੇਰੇ ਜਦੋਂ ਕਿ ਉਹਦੇ ਦਰਦ ਜ਼ਿਆਦਾ ਹੋ ਰਹੀ ਆ, ਉਹਨੇ ਫਿਰ ਹਸਪੀਟਲ ਨੂੰ ਫੋਨ ਕੀਤਾ। ਉਹ ਕਹਿੰਦੀ ਵੀ ਮੇਰੇ ਦਰਦ ਬਹੁਤ ਜ਼ਿਆਦਾ ਹੋ ਰਹੀ ਆ ਤੇ ਮੈਨੂੰ ਇੱਦਾਂ ਲੱਗਦਾ ਕਿ ਮੈਂ ਬੱਚੇ ਨੂੰ ਹੁਣੇ ਹੀ ਬਰਥ ਦੇ ਦੇਣਾ। ਤੇ ਉਹ ਕਹਿੰਦੀ ਵੀ ਕਿਸੇ ਤਰ੍ਹਾਂ ਮੈਨੂੰ ਦੱਸੋ, ਜਿਹੜੀ ਵੀ ਮੈਂ ਹੁਣ ਵਾਪਸ ਆ ਰਹੀ ਹਾਂ ਹਸਪੀਟਲ ਦੇ ਵਿੱਚ, ਤੁਹਾਨੂੰ ਇਨਫੋਰਮ ਕਰਨ ਦੇ ਲਈ ਮੈਂ ਫੋਨ ਕੀਤਾ। ਤਾਂ ਅੱਗੇ ਉਹ ਕਹਿੰਦੀ ਮੈਨੂੰ ਜਵਾਬ ਨਰਸ ਇਹ ਦਿੰਦੀ ਆ ਕਿ ਜੇ ਤੇਰੇ ਇੰਨੀ ਜ਼ਿਆਦਾ ਦਰਦ ਹੋ ਰਹੀ ਆ ਕਿ ਤੂੰ ਹੁਣੇ ਬੱਚੇ ਨੂੰ ਜਨਮ ਦੇਣ ਵਾਲੀ ਆ ਤਾਂ ਤੂੰ ਸਾਨੂੰ ਫੋਨ ਤੇ ਗੱਲ ਨਹੀਂ ਸੀ ਹੋਣੀ ਤੇਰੇ ਕੋਲ, ਜੇਕਰ ਇੱਦਾਂ ਹੁੰਦਾ, ਜਿਹਦਾ ਮਤਲਬ ਇਹ ਆ ਕਿ ਤੇਰੇ ਅਜੇ ਦਰਦ ਨਹੀਂ ਹੋ ਰਹੀ ਤੇ ਤੂੰ ਬੱਚੇ ਨੂੰ ਜਨਮ ਅਜੇ ਨਹੀਂ ਦੇਣਾ। ਉਹ ਕਹਿੰਦੀ ਮੇਰਾ ਦਿਲ ਟੁੱਟ ਗਿਆ ਇਸ ਗੱਲ ਦੇ ਨਾਲ। ਉਹ ਕਹਿੰਦੀ ਮੈਂ ਆਪਣੇ ਇਨ-ਲਾਜ਼ ਦੇ ਰਹਿ ਰਹੀ ਸੀ, ਹਸਬੈਂਡ ਉਹਦਾ ਉੱਥੇ ਹੈ ਨਹੀਂ ਸੀ ਉਸ ਵੇਲੇ। ਉਹਨੇ ਜਦੋਂ ਉਹਦੇ ਤੋਂ ਥੋੜ੍ਹਾ ਚਿਰ ਬਾਅਦ ਹੀ ਉਹ ਕਹਿੰਦੀ ਉਹਦਾ ਵਾਟਰ ਬਰੋਕ ਹੋ ਗਿਆ। ਵਾਟਰ ਬਰੋਕ ਹੋਣ ਤੋਂ ਬਾਅਦ ਉਹਨੇ ਆਪਣੇ ਬ੍ਰਦਰ ਇਨ ਲਾ ਨੂੰ ਕਾਲ ਕੀਤੀ, ਜਿਹੜਾ ਕਿ ਥੋੜ੍ਹਾ ਜਿਹਾ ਡਿਸਟੈਂਸ 'ਤੇ ਰਹਿੰਦਾ ਸੀ, ਕਿ ਇਸ ਤਰ੍ਹਾਂ ਮੈਨੂੰ ਚੱਕ ਕੇ ਹਸਪੀਟਲ ਦੇ ਵਿੱਚ ਲੈ ਜਾਓ। ਇਹ ਤੋਂ ਪਹਿਲਾਂ ਉਹ ਹਸਪਤਾਲ ਜਾਂਦਾ, ਉਹਨੇ ਉੱਥੇ ਘਰ ਹੀ ਬੱਚੇ ਨੂੰ ਜਨਮ ਦੇ ਦਿੱਤਾ। 10 ਮਿੰਟਾਂ ਦੇ ਵਿੱਚ ਬੱਚੇ ਦਾ ਉੱਥੇ ਜਨਮ ਹੋ ਗਿਆ। ਸ਼ੁਕਰ ਆ, ਉਹ ਕਹਿੰਦੇ ਕਿ ਮੇਰੇ ਬੱਚੇ ਨੂੰ ਤੇ ਮੈਨੂੰ ਕੁਛ ਨਹੀਂ ਹੋਇਆ, ਅਸੀਂ ਠੀਕ ਠਾਕ ਹਾਂ। ਪਰ ਇਹ ਇੱਕ ਬਹੁਤ ਦਰਦਨਾਕ ਗੱਲ ਆ। ਇਹ ਔਰਤ ਸਾਹਮਣੇ ਆਈ ਆ ਕੱਲ੍ਹ ਵਾਲੀ ਖਬਰ ਤੋਂ ਬਾਅਦ। ਇਹ ਔਰਤ ਸਾਹਮਣੇ ਆਈ ਆ, ਪਰ ਹੋ ਸਕਦਾ ਬਹੁਤ ਸਾਰੇ ਲੋਕਾਂ ਨਾਲ ਇਸ ਤਰ੍ਹਾਂ ਦਾ ਹੋਇਆ ਹੋਵੇ। ਪਤਾ ਨਹੀਂ ਇਹ ਚੀਜ਼ ਨੋਰਮਲ ਆ ਜਾਂ ਇਸ ਤਰ੍ਹਾਂ ਹੋ ਜਾਂਦਾ ਆ, ਇਹ ਗੱਲ ਅਥਾਰਟੀਜ਼ ਜਾਣਦੇ ਆ। ਪਰ ਆਪਣੇ ਆਪ ਦੇ ਵਿੱਚ ਜਦੋਂ ਇੱਕ ਮਰੀਜ਼ ਕਹਿ ਰਿਹਾ ਕਿ ਮੈਨੂੰ ਇਸ ਵੇਲੇ ਹੈਲਪ ਦੀ ਲੋੜ ਆ, ਉਹਨੂੰ ਹੈਲਪ ਨਹੀਂ ਮਿਲ ਰਹੀ, ਤਾਂ ਕੁਦਰਤੀ ਤੌਰ 'ਤੇ ਇਸ ਪ੍ਰਬੰਧ ਦੇ ਉੱਤੇ ਬਹੁਤ ਸਾਰੇ ਸਵਾਲ ਉੱਠਣੇ ਜ਼ਰੂਰੀ ਆ। ਲੋਕ ਇਸ ਹੈਲਥ ਕੇਅਰ ਸਿਸਟਮ ਦੇ ਵਿੱਚ ਆਪਣਾ ਵਿਸ਼ਵਾਸ ਰੱਖਦੇ ਆ। ਦੁਨੀਆ ਦੇ ਬਿਹਤਰੀਨ ਹੈਲਥ ਕੇਅਰ ਸਿਸਟਮ ਦੇ ਵਿੱਚੋਂ ਇੱਕ ਹੈਲਥ ਕੇਅਰ ਸਿਸਟਮ ਕੈਨੇਡਾ ਦਾ, ਤੇ ਕੈਨੇਡਾ ਦੇ ਵਿੱਚੋਂ ਬ੍ਰਿਟਿਸ਼ ਕੋਲੰਬੀਆ ਦਾ ਹੈਲਥ ਕੇਅਰ ਸਿਸਟਮ ਬਹੁਤ ਚੰਗਾ ਮੰਨਿਆ ਜਾਂਦਾ। ਇਸ ਔਰਤ ਤੋਂ ਬਾਅਦ ਇੱਕ ਦੂਜੀ ਔਰਤ ਨੇ ਆਪਣੀ ਕਹਾਣੀ ਸਾਂਝੀ ਕੀਤੀ ਆ। ਉਹ ਕਹਿੰਦੀ ਵੀ ਮੈਂ ਵੀ ਲਗਭਗ ਇਸੇ ਹਾਲਤ ਦੇ ਵਿੱਚੋਂ ਲੰਘੀ ਆ ਜੋ ਕੁਛ ਇਸ ਬੀਬੀ ਨੇ ਆਪਣੀ ਕਹਾਣੀ ਸਾਂਝੀ ਕੀਤੀ ਹੈ। ਤੇ ਉਹ ਕਹਿੰਦੀ ਮੈਨੂੰ ਆਪਣਾ ਵੇਲਾ ਯਾਦ ਆ ਰਿਹਾ, ਮੈਨੂੰ ਆਪਣੀਆਂ ਉਹ ਯਾਦਾਂ ਸਾਹਮਣੇ ਆ ਰਹੀਆਂ ਤੇ ਉਹ ਬੜਾ ਡਰਾਉਣਾ ਐਕਸਪੀਰੀਅੰਸ ਸਾਹਮਣੇ ਆ ਰਿਹਾ ਜਿਸ ਤਰ੍ਹਾਂ ਉਹ ਕਹਿੰਦੀ ਮੇਰੇ ਨਾਲ ਹੋਇਆ। ਤੇ ਉਹ ਕਹਿੰਦੀ ਮੈਂ ਵੀ ਇਹ ਫੈਸਲਾ ਕੀਤਾ ਕਿ ਮੈਂ ਵੀ ਆਪਣੀ ਸਟੋਰੀ ਸਾਂਝੀ ਕਰਾਂ। ਉਹ ਦੱਸਦੀ ਹੈ ਕਿ ਮੇਰੇ ਨਾਲ 27 ਨਵੰਬਰ ਉਹਦੀ ਡਿਊ ਡੇਟ ਸੀ। ਡਿਊ ਡੇਟ ਤੋਂ 1 ਹਫ਼ਤਾ ਉੱਤੇ ਹੋ ਚੁੱਕਾ ਸੀ। 1 ਹਫ਼ਤਾ ਉੱਤੇ ਹੋਣ ਤੋਂ ਬਾਅਦ ਉਹ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਜਾਂਦੀ ਆ। ਉਹ ਉਹਨਾਂ ਨੂੰ ਜਿਹੜੀ ਪੇਨ ਲੇਬਰ ਇੰਡਿਊਸ ਕਰਦੇ ਆ। ਗੱਲ ਉਹ ਕਹਿੰਦੀ ਇੱਥੇ ਮੁੱਕੀ ਨਹੀਂ, ਮੈਨੂੰ ਘਰ ਭੇਜ ਦਿੱਤਾ ਤੇ ਮੈਂ ਘਰ ਜਾਣ ਤੋਂ ਡਰਦੀ ਸੀ। ਦਰਦ ਉਹ ਕਹਿੰਦੀ ਮੇਰੇ ਜ਼ਿਆਦਾ ਹੋ ਰਿਹਾ ਸੀ ਤੇ
ਉਹਨੇ ਫੈਸਲਾ ਕੀਤਾ ਵੀ ਆਪਣੀ ਮਾਂ ਦੇ ਘਰ ਚਲੇ ਜਾਂਦੀ ਆ। ਉਹਨੂੰ ਪਤਾ ਨਹੀਂ ਸੀ ਲੱਗਦਾ ਮੈਂ ਹੁਣ ਕਿੱਥੇ ਜਾਵਾਂ। ਜਦੋਂ ਉਹਨੂੰ ਦਰਦ ਜ਼ਿਆਦਾ ਹੋ ਰਿਹਾ ਸੀ, ਉਹਨੇ ਉੱਥੋਂ ਹਸਪੀਟਲ ਵਾਪਸ ਕਾਲ ਕੀਤਾ। ਉਹਨੇ ਦੱਸਿਆ ਕਿ ਮੈਨੂੰ ਕੁਛ ਠੀਕ ਨਹੀਂ ਲੱਗ ਰਿਹਾ। ਉਹ ਕਹਿੰਦੇ ਉਸ ਵੇਲੇ ਨੂੰ ਕਿਹਾ ਕਿ ਤੂੰ ਐਂਬੂਲੈਂਸ ਲੈ ਤੇ ਇੱਥੇ ਸਰੀ ਮੈਮੋਰੀਅਲ ਹਸਪੀਟਲ ਆ ਜਾ। ਉਹ ਕਹਿੰਦੀ ਉੱਥੇ ਮੈਂ ਚਲੇ ਗਈ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਅਜੇ ਜਿਹੜੀ ਤੇਰੀ ਸਰਵਿਕਸ ਆ 4 ਸੈਂਟੀਮੀਟਰ ਡਾਇਲੇਟ ਹੋਈ ਆ ਤੇ ਤੈਨੂੰ ਹੁਣ ਕੱਲ੍ਹ ਨੂੰ ਵਾਪਸ ਆਉਣਾ ਚਾਹੀਦਾ, ਤੇ ਵੀ ਇਹਦਾ ਮਤਲਬ ਹੈ ਕਿ ਤੂੰ ਜਲਦੀ ਇਹ ਬੱਚੇ ਨੂੰ ਜਨਮ ਨਹੀਂ ਦੇਣਾ। ਔਰਤ ਕਹਿੰਦੀ ਵੀ ਮੈਨੂੰ ਬਹੁਤ ਡਰ ਲੱਗਿਆ ਇਸ ਗੱਲ ਤੋਂ, ਤੇ ਮੈਨੂੰ ਇੱਕ ਇੰਪ੍ਰੈਸ਼ਨ ਹਸਪੀਟਲ ਦੇ ਵਿੱਚੋਂ ਇੱਦਾਂ ਲੱਗਿਆ ਕਿ ਇਹਨਾਂ ਕੋਲੇ ਬੈੱਡ ਖਾਲੀ ਨਹੀਂ ਆ ਤੇ ਜਾਂ ਇਹਨਾਂ ਕੋਲੇ ਸਟਾਫ ਸ਼ਾਰਟੇਜ ਆ, ਜਿਹਦੇ ਕਰਕੇ ਮੈਨੂੰ ਘਰ ਭੇਜ ਰਹੇ ਆ। ਤੇ ਉਹਨੂੰ ਫਿਰ ਉਹਨਾਂ ਨੇ ਕਹਿੰਦੇ ਆਫਰ ਕੀਤਾ ਵੀ ਤੂੰ ਕਿਸੇ ਹੋਰ ਹਸਪੀਟਲ ਦੇ ਵਿੱਚ ਚਲੇ ਜਾ ਤੇ ਉੱਥੇ ਜਾ ਕੇ ਵੀ ਐਂਬੂਲੈਂਸ ਨਾ ਲੈ ਕੇ ਜਾ, ਆਪਣੇ ਹਸਬੈਂਡ ਨੂੰ ਕਹਿ ਡਰਾਈਵ ਕਰਕੇ ਉਹਨੂੰ ਲੈ ਜਾਵੇ। ਤੇ ਉਹ ਕਹਿੰਦੀ ਮੈਂ ਲੈਂਗਲੀ ਚਲੇਗੀ। ਪਤਾ ਨਹੀਂ ਸੀ ਲੱਗਦੇ ਕਿ ਉੱਥੇ ਕੀ ਕਰਨਾ। ਜਦੋਂ ਉੱਥੇ ਪਹੁੰਚੀ, ਕਹਿੰਦੀ ਉੱਥੇ ਹਸਪੀਟਲ ਦੇ ਵਿੱਚ ਪਹੁੰਚ ਕੇ ਉਹਨੂੰ ਬੈੱਡ ਮਿਲਿਆ ਤੇ ਉੱਥੇ ਉਹਨੇ ਬੱਚੇ ਨੂੰ ਜਨਮ ਦੇ ਦਿੱਤਾ। ਬਲੱਡ ਪ੍ਰੈਸ਼ਰ ਉਹਦਾ ਬਹੁਤ ਜ਼ਿਆਦਾ ਕਹਿੰਦੇ ਹਾਈ ਸੀਗਾ, ਪਰ ਦੱਸਿਆ ਜਾ ਰਿਹਾ ਕਿ ਉਹ ਤੇ ਬੱਚਾ ਦੋਵੇਂ ਤੰਦਰੁਸਤ ਨੇ। ਪਤਾ ਨਹੀਂ ਕਿੰਨੀਆਂ ਕਿ ਕਹਾਣੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਅੱਗੇ ਆ ਰਹੀਆਂ, ਔਰ ਇਹ ਘਟਨਾ ਜਿਹਨੇ ਪੂਰੇ ਸਿਸਟਮ ਨੂੰ ਕੱਲ ਹਿਲਾ ਕੇ ਰੱਖ ਦਿੱਤਾ ਕਿ 3 ਵਾਰੀ ਇੱਕ ਔਰਤ ਜਾਂਦੀ ਆ ਤੇ ਚੌਥੀ ਵਾਰੀ ਉਹ ਫਲੋਰ ਦੇ ਉੱਤੇ ਬੱਚੇ ਨੂੰ ਜਨਮ ਦੇ ਦਿੰਦੀ ਆ। ਵਾਰ-ਵਾਰ ਉਹਨੂੰ ਇਹ ਕਿਹਾ ਜਾਂਦਾ ਕਿ ਤੂੰ ਵਾਪਸ ਚਲੇ ਜਾ, ਤੂੰ ਬੱਚੇ ਨੂੰ ਜਨਮ ਨਹੀਂ ਦੇਣਾ, ਅਜੇ ਤੱਕ ਜਿਹੜਾ ਇਸ ਤਰ੍ਹਾਂ ਸਾਨੂੰ ਨਹੀਂ ਲੱਗਦਾ, ਤੇਰੇ ਸਵੀਅਰ ਪੇਨ ਨਹੀਂ ਹੋ ਰਹੀ। ਦੂਜੀ ਵਾਰੀ ਉਹ ਜਾਂਦੀ ਆ, ਉਹਨੂੰ ਪੇਨ ਕਿਲਰ ਦਿੱਤਾ ਜਾਂਦਾ, ਪੇਨ ਕਿਲਰ ਦੇ ਕੇ ਵਾਪਸ ਚਲੇ ਜਾਂਦੇ। 2 ਘੰਟੇ ਉਹਨੂੰ ਪਹਿਲਾਂ ਔਰਤ ਨੂੰ ਉਡੀਕਣਾ ਪੈਂਦਾ ਉੱਥੇ ਬੈਠ ਕੇ ਕਿ ਜਿਹੜਾ ਮੈਂ ਵਾਰੀ ਉਹਦੀ ਆਵੇ। ਫਿਰ ਤੀਜੀ ਵਾਰੀ ਜਾਂਦੀ ਆ, ਚੌਥੀ ਵਾਰੀ ਜਾਂਦੀ ਆ ਤਾਂ ਉਹਨਾਂ ਤੱਕ ਪਹੁੰਚਦੀ ਨਹੀਂ। ਉਹਦੇ ਤੋਂ ਬਾਅਦ ਬਾਹਰ ਹੀ ਉਹ ਝੁੱਕ ਕੇ ਥੋੜ੍ਹਾ ਜਿਹਾ ਆਪਣੇ ਹੱਥ ਦੇ ਵਿੱਚ ਬੱਚੇ ਨੂੰ ਫੜਦੀ ਆ ਜਦੋਂ ਬੱਚਾ ਬਾਹਰ ਆਉਂਦਾ, ਔਰ ਫਲੋਰ ਦੇ ਉੱਤੇ ਜਨਮ ਦੇ ਦਿੰਦੀ ਆ। ਕਿਸੇ ਨੂੰ ਸੁੱਝਦਾ ਨਹੀਂ ਕੁਛ, ਉਹਦੇ ਹਸਬੈਂਡ ਨੂੰ ਵੀ ਕੁਛ ਨਹੀਂ ਪਤਾ ਲੱਗਦਾ ਕਿ ਕੀ ਕੀਤਾ ਜਾਵੇ। ਸਟਾਫ ਆਪਣੇ ਆਪ ਦੇ ਵਿੱਚ ਡਰ ਜਾਂਦਾ। ਫਿਰ ਸਟ੍ਰੈਚਰ ਲਿਆਂਦਾ ਜਾਂਦਾ, ਉਹਦੇ ਉੱਤੇ ਉਹਨੂੰ ਪਾਇਆ ਜਾਂਦਾ। ਥੋੜ੍ਹੇ ਚਿਰ ਬਾਅਦ ਬੱਚਾ ਰੋਂਦਾ ਆ, ਉਹਨਾਂ ਨੂੰ ਸੁੱਖ ਦਾ ਸਾਹ ਆਉਂਦਾ ਆ। ਇੰਨਾ ਜ਼ਿਆਦਾ ਖਤਰਨਾਕ ਤਜਰਬਾ ਕੈਨੇਡਾ ਵਰਗੇ ਵਿਕਸਿਤ ਮੁਲਕ ਦੇ ਵਿੱਚ ਕਿਸੇ ਨਾਲ ਹੋਵੇ ਜਿੱਥੇ ਲੋਕ ਇਸ ਸਿਸਟਮ ਦੇ ਉੱਤੇ ਯਕੀਨ ਕਰਦੇ ਆ, ਇਹ ਬਹੁਤ ਭਿਆਨਕ ਆ। ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਵੇਲੇ ਵੱਖ-ਵੱਖ ਰਾਏ ਦੇ ਰਹੇ। ਕੁਛ ਕਹਿ ਰਹੇ ਕਿ ਸ਼ਰੇਆਮ ਇਸ ਜਿਹੜੀ ਸ਼ਾਰਟੇਜ ਆ ਸਟਾਫ ਦੀ, ਸਰੀ ਮੈਮੋਰੀਅਲ ਹਸਪੀਟਲ, ਸਰੀ ਵਰਗਾ ਸ਼ਹਿਰ ਜਿੱਥੇ 13,000 ਬੰਦਾ ਸਾਲ ਦੇ ਵਿੱਚ ਨਵਾਂ ਆਉਂਦਾ ਆ, ਉੱਥੇ ਹੋਰ ਹਸਪੀਟਲ ਚਾਹੀਦਾ। ਹਰ ਇਲੈਕਸ਼ਨ ਦੇ ਵਿੱਚ ਇੱਕ ਪੋਲੀਟੀਕਲ ਜਿਹੜੀ ਇਹ ਖਿੱਦੋ ਬਣ ਜਾਂਦੀ ਹੈ, ਸੈਕੰਡ ਹਸਪੀਟਲ ਦੀ ਮੰਗ ਇਹ ਹੋਣਾ ਚਾਹੀਦਾ। ਕੁਛ ਲੋਕ ਕਹਿੰਦੇ ਆ ਵੀ ਜੇ ਹਜ਼ਾਰਾਂ ਲੱਖਾਂ ਕੇਸਿਸ ਦੇ ਵਿੱਚੋਂ ਇੱਕ ਅੱਧੀ ਇੱਦਾਂ ਦਾ ਕੁਛ ਵਾਪਰ ਵੀ ਜਾਂਦਾ ਤਾਂ ਇਹ ਮੰਨਿਆ ਜਾ ਸਕਦਾ, ਕਿਉਂਕਿ ਕੋਈ ਵੀ ਸਿਸਟਮ ਫੂਲ ਪ੍ਰੂਫ ਨਹੀਂ ਹੋ ਸਕਦਾ। ਕੁਛ ਲੋਕ ਇਹ ਕਹਿੰਦੇ ਆ ਕਿ ਪੈਂਡੈਮਿਕ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਪਲੇ ਕਰ ਰਹੀ ਆ, ਕਿਉਂਕਿ ਪੈਂਡੈਮਿਕ ਆ, ਸਟਾਫ ਦੀ ਸ਼ਾਰਟੇਜ ਆ, ਸਾਰਾ ਕੁਛ ਹੀ ਪੂਰੀ ਦੁਨੀਆ ਹਿੱਲੀ ਪਈ ਆ। ਉਹਦੇ ਵਿੱਚ ਇਸ ਕਿਸਮ ਦੇ ਕੁਛ ਹਾਦਸੇ ਹੋ ਸਕਦੇ ਆ। ਹੁਣ ਅਸਲ ਦੇ ਵਿੱਚ ਕਿਹਾ ਕੀ ਜਾ ਰਿਹਾ, ਜਿਹੜੇ ਕੁਛ ਐਕਸਪਰਟ ਨੇ ਇਸ ਮਾਮਲੇ ਦੇ ਵਿੱਚ ਕਿ ਜਿਹੜੇ ਹੈਲਥ ਕੇਅਰ ਸੈਕਟਰ ਦੇ ਵਿੱਚ ਕੁਛ ਲੋਕ ਨੇ, ਚਾਈਲਡ ਬਰਥ ਦੇ ਐਜੂਕੇਟਰ ਨੇ, ਐਕਸਪਰਟ ਨੇ। ਚਾਈਲਡ ਬਰਥ ਐਜੂਕੇਟਰ ਇਹ ਕਹਿੰਦੇ ਆ ਕਿ ਸਮੱਸਿਆ ਇੱਥੇ ਪਈ ਆ ਕਿ ਮਰੀਜ਼ ਦੀ ਹਸਪਤਾਲ ਦੇ ਵਿੱਚ ਸੁਣੀ ਨਹੀਂ ਜਾਂਦੀ। ਸਾਨੂੰ ਬਚਪਨ ਤੋਂ ਇਹੀ ਗੱਲ ਸਿਖਾਈ ਗਈ ਹੈ ਕਿ ਡਾਕਟਰ ਸਭ ਤੋਂ ਚੰਗੀ ਤਰ੍ਹਾਂ ਤੁਹਾਨੂੰ ਜਾਣਦਾ, ਉਹਨੂੰ ਲਿਸਨ ਕਰੋ, ਉਹਨੂੰ ਸੁਣੋ, ਜੋ ਡਾਕਟਰ ਕਹਿੰਦਾ ਉਸੇ ਤਰ੍ਹਾਂ ਕੀਤਾ ਜਾਣਾ ਚਾਹੀਦਾ। ਪਰ ਜਿਹੜੇ ਚਾਈਲਡ ਬਰਥ ਐਜੂਕੇਟਰ ਨੇ, ਚਾਈਲਡ ਬਰਥ ਐਜੂਕੇਟਰ ਇਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਔਰਤ ਨੂੰ ਸੁਣਨਾ ਚਾਹੀਦਾ ਕਿ ਉਹ ਕੀ ਕਹਿ ਰਹੀ ਆ। ਉਹ ਸਭ ਤੋਂ ਮਹੱਤਵਪੂਰਨ ਗੱਲ ਆ, ਉਹ ਸਭ ਤੋਂ ਇੰਪੋਰਟੈਂਟ ਆ, ਕਿਉਂਕਿ ਉਹਦੀ ਬੋਡੀ ਆ, ਉਹ ਬੱਚੇ ਨੂੰ ਜਨਮ ਦੇ ਰਹੀ ਆ। ਉਹਨੂੰ ਜਿਹੜੀ ਬੋਟਮ ਲਾਈਨ ਇਹੀ ਆ ਕਿ ਮਾਂ ਨੂੰ ਸੁਣਨਾ ਚਾਹੀਦਾ। ਇਸ ਤਰ੍ਹਾਂ ਨਹੀਂ ਹੋ ਰਿਹਾ। ਇਹਨਾਂ ਸਾਰੀਆਂ ਸਮੱਸਿਆਵਾਂ ਦੀ ਜੜ ਕਿਤੇ ਨਾ ਕਿਤੇ ਇਸ ਥਾਂ ਦੇ ਉੱਤੇ ਪਈ ਆ। ਉਹਦੇ ਪਿੱਛੇ ਕਾਰਨ ਕੋਈ ਵੀ ਹੋ ਸਕਦਾ ਆ। ਇੱਥੋਂ ਤੱਕ ਕਿ ਉਹ ਕਹਿੰਦੇ ਇਹਦੇ ਬਾਰੇ ਬਹੁਤ ਸਾਰੀ ਐਜੂਕੇਸ਼ਨ ਦਿੱਤੀ ਜਾਣੀ ਚਾਹੀਦੀ ਹੈ। ਈਵਨ ਜਦੋਂ ਕਿਸੇ ਔਰਤ ਨੇ ਪ੍ਰੈਗਨੈਂਟ ਹੋਣਾ ਉਹਦੇ ਤੋਂ ਪਹਿਲਾਂ ਵੀ ਐਡਸ ਹੈਲਥ ਕੇਅਰ ਸਟਾਫ ਜਿਹੜਾ ਇਹਦੇ ਲਈ, ਉਹ ਕਹਿੰਦੇ ਵੀ ਇਹਦੇ ਵਿੱਚ ਹੈ ਜਿਹੜਾ ਹੈਲਥ ਕੇਅਰ ਸਟਾਫ ਆ ਉਹ ਅਲਟੀਮੇਟਲੀ ਰਿਸਪੌਂਸੀਬਲ ਆ ਇਸ ਕੇਅਰ ਦੇ ਲਈ। ਪੇਸ਼ੈਂਟ ਨੂੰ ਜਿੱਦਾਂ ਦੀ ਉਹਨੂੰ ਚਾਹੀਦੀ ਹੈ, ਜੇ ਉੱਦਾਂ ਦਾ ਨਹੀਂ ਮਿਲਦਾ, ਸਟਾਫ ਦੇ ਉੱਤੇ ਸਟਾਫ ਨੂੰ ਸੋਚਣਾ ਚਾਹੀਦਾ ਆ। ਤੇ ਬਹੁਤ ਸਾਰੀ ਜਿਹੜੀ ਇਹ ਵੀ ਆ ਕਿ ਪਾਵਰ ਇੰਬੈਲੈਂਸ ਵੀ ਆ ਡਾਕਟਰ ਪੇਸ਼ੈਂਟ ਦੇ ਰਿਲੇਸ਼ਨਸ਼ਿਪ ਦੇ ਵਿੱਚ ਵੀ, ਜਿਹੜੇ ਉਹਨਾਂ ਨੂੰ ਸੁਣਿਆ ਨਹੀਂ ਜਾਂਦਾ। ਤੇ ਇਹਦੇ ਕਾਰਨ ਕੋਈ ਵੀ ਹੋ ਸਕਦੇ। ਹਸਪੀਟਲ ਘੱਟ ਆ, ਸਟਾਫ ਘੱਟ ਆ, ਬੈੱਡ ਘੱਟ ਆ, ਪੈਂਡੈਮਿਕ ਆ। ਪਰ ਜਿਹੜਾ ਸਭ ਤੋਂ ਮਹੱਤਵਪੂਰਨ ਗੱਲ, ਮਾਂ ਨੂੰ ਲਿਸਨ ਕੀਤਾ ਜਾਣਾ ਚਾਹੀਦਾ, ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਤਾਂ ਹੀ ਇਸ ਸਮੱਸਿਆ ਦਾ ਹੱਲ ਹੋ ਸਕਦਾ। ਨਹੀਂ ਤਾਂ ਇੱਕ ਔਰਤ ਨੇ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਫਲੋਰ ਤੇ ਬੱਚੇ ਨੂੰ ਜਨਮ ਦਿੱਤਾ। 2 ਔਰਤਾਂ ਨੇ ਆਪਣੇ ਦੁੱਖ ਦੱਸੇ ਆ। ਇਹਨਾਂ ਦੇ ਪਿੱਛੇ ਕਿੰਨੇ ਕੁ ਲੋਕ ਪਏ ਆ,
ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਸਾਹਮਣੇ ਆਉਣ ਤੇ ਇਹ ਸਵਾਲ ਸਭ ਤੋਂ ਵੱਡਾ ਸਿਸਟਮ ਦੇ ਉੱਤੇ ਹੈਗਾ ਕਿ ਇਹਦੇ ਲਈ ਕੌਣ ਜ਼ਿੰਮੇਵਾਰ ਆ, ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਇਸ ਤਰ੍ਹਾਂ ਦੇ ਦੁਖਦਾਈ ਅਨੁਭਵ ਲੋਕਾਂ ਨੂੰ ਨਾ ਹੋਣ। ਕੈਨੇਡਾ ਦਾ ਸੂਬਾ ਬ੍ਰਿਟਿਸ਼ ਕੋਲੰਬੀਆ ਤੇ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਵੈਨਕੂਵਰ ਕੈਨੇਡਾ ਦਾ ਬਹੁਤ ਮਹਿੰਗੇ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਗਿਣਿਆ ਜਾਂਦਾ। ਇਸ ਸ਼ਹਿਰ ਦੇ ਡਾਊਨਟਾਊਨ ਵਿੱਚ ਰਹਿਣਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ, ਜਿਨ੍ਹਾਂ ਦਾ ਬਹੁਤ ਸਾਰਾ ਸੁਪਨਾ ਪੂਰਾ ਵੀ ਨਹੀਂ ਹੁੰਦਾ। ਆਮ ਤੌਰ ਦੇ ਉੱਤੇ ਇੱਕ ਜਨਰਲ ਸੈਂਸ ਇਹ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਈ ਹੈ ਕਿ ਅਰਬਨ ਪਾਪੂਲੇਸ਼ਨ ਇਸ ਪੈਂਡੈਮਿਕ ਦੇ ਵਿੱਚ ਡਿੱਗੀ ਆ, ਲੋਕ ਸ਼ਹਿਰਾਂ ਦੇ ਵਿੱਚੋਂ ਬਾਹਰ ਜਾਣਾ ਸ਼ੁਰੂ ਹੋਏ ਆ। ਸਟੈਟਿਸਟਿਕਸ ਕੈਨੇਡਾ ਨੇ ਨਵੇਂ ਨੰਬਰ ਸਾਂਝੇ ਕੀਤੇ ਆ, ਜਿਹਦੇ ਵਿੱਚੋਂ ਇਹ ਪਤਾ ਲੱਗਿਆ ਆ ਜਿਹੜੇ ਸਿਟੀ ਆਫ ਵੈਨਕੂਵਰ ਦੇ ਨਵੇਂ ਨੰਬਰ ਸਾਹਮਣੇ ਆਏ ਆ। ਜਿਹੜਾ ਲੇਟੈਸਟ ਪਾਪੂਲੇਸ਼ਨ ਐਸਟੀਮੇਟ ਆ ਜਿਹੜਾ ਰਿਲੀਜ਼ ਕੀਤਾ ਸਟੈਟਿਸਟਿਕਸ ਕੈਨੇਡਾ ਨੇ, ਵੈਨਕੂਵਰ ਦੀ ਪਾਪੂਲੇਸ਼ਨ ਪਹਿਲਾਂ ਨਾਲੋਂ ਘਟੀ ਆ, ਬਹੁਤੀ ਜ਼ਿਆਦਾ ਨਹੀਂ ਘਟੀ, ਪਰ ਦੱਸਿਆ ਜਾ ਰਿਹਾ ਕਿ 6780 ਲੋਕ 2020 ਨਾਲੋਂ 2021 ਦੇ ਵਿੱਚ ਘਟ ਗਏ ਵੈਨਕੂਵਰ ਦੇ ਵਿੱਚ ਰਹਿਣ ਵਾਲੇ। ਕਿਉਂ ਘਟਿਆ, ਇਹਦੇ ਕਾਰਨ ਵੱਖਰੇ ਵੱਖਰੇ ਹੋ ਸਕਦੇ ਆ। ਇਹ ਵੀ ਹੋ ਸਕਦਾ ਕਿ ਛੋਟਾ ਮੋਟਾ ਏਡੀ ਵੱਡੀ ਜਿਹੜੀ ਕੈਲਕੂਲੇਸ਼ਨ ਉਹਦੇ 'ਚ ਟਪਲਾ ਲੱਗ ਗਿਆ ਹੋਵੇ, ਐਸਟੀਮੇਟ ਦੇ ਵਿੱਚ ਭੁਲੇਖਾ ਜਾਂ ਐਰਰ ਵੀ ਹੋ ਸਕਦਾ ਆ। ਪਰ ਦੱਸਿਆ ਜਾ ਰਿਹਾ ਕਿ ਜਿਹੜਾ ਟ੍ਰੈਂਡ ਹੈਗਾ ਲੋਕਾਂ ਦੇ ਵਿੱਚ ਆਮ ਤੌਰ 'ਤੇ ਉਹ ਸਿਟੀਜ਼ ਤੋਂ ਬਾਹਰ ਕਿਤੇ ਨਾ ਕਿਤੇ ਮੂਵ ਕਰ ਰਹੇ ਆ ਇਸ ਪੈਂਡੈਮਿਕ ਦੇ ਵਿੱਚ। ਸਾਈਮਨ ਫਰਾਜ਼ਰ ਯੂਨੀਵਰਸਿਟੀ ਸਿਟੀ ਪ੍ਰੋਗਰਾਮ ਦੇ ਡਾਇਰੈਕਟਰ ਐਂਡੀ ਯਾਨ ਨੇ ਇਹ ਗੱਲਬਾਤ ਦੱਸੀ ਆ ਕਿ ਬਹੁਤ ਸਾਰੇ ਫੈਕਟਰ ਇਹਦੇ ਵਿੱਚ ਰੋਲ ਪਲੇ ਕਰ ਰਹੇ ਆ ਆਪਣਾ। ਜਿਹੜੇ ਪੋਸਟ ਸੈਕੰਡਰੀ ਸਟੂਡੈਂਟਸ ਆ ਉਹ ਫਿਜ਼ੀਕਲੀ ਵੈਨਕੂਵਰ ਦੇ ਵਿੱਚ ਅੱਗੇ ਨਾਲੋਂ ਘੱਟ ਆ ਰਹੇ ਆ, ਉਹਨਾਂ ਦੀ ਵੀ ਬਹੁਤ ਵੱਡੀ ਗਿਣਤੀ ਆ। ਹੁਣ ਆਨਲਾਈਨ ਪੜ੍ਹ ਸਕਦੇ ਆ, ਰਿਮੋਟ ਲਰਨਿੰਗ ਹੋ ਸਕਦੀ ਆ। ਦੂਜੀ ਅਫੋਰਡੇਬਿਲਟੀ ਬਹੁਤ ਵੱਡਾ ਚੈਲੰਜ ਆ। ਵੈਨਕੂਵਰ ਦੇ ਵਿੱਚ ਮਿਨੀਮਮ ਪੇ ਦੇ ਉੱਤੇ ਰਹਿ ਕੇ ਗੁਜ਼ਾਰਾ ਕਰਨਾ ਤੇ ਫਿਰ ਉਸ ਹਿਸਾਬ ਨਾਲ ਆਪਣਾ ਘਰ ਅਫੋਰਡ ਕਰਨਾ ਇਹ ਸੰਭਵ ਨਹੀਂ ਆ। ਇਹ ਇੱਕ ਵੱਡਾ ਫੈਕਟਰ ਹੋ ਸਕਦਾ। ਇੱਕ ਫੈਕਟਰ ਉਹ ਕਹਿੰਦੇ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਮੈਜਰਿੰਗ ਐਰਰ ਹੋ ਸਕਦਾ, ਜਦੋਂ ਤੁਸੀਂ ਮਿਣਤੀ ਗਿਣਤੀ ਕਰ ਰਹੇ ਹੋ ਉਸ ਵੇਲੇ ਭੁਲੇਖਾ ਲੱਗ ਸਕਦਾ। ਸਿਟੀ ਆਫ ਵੈਨਕੂਵਰ ਨੇ ਇਸ ਗੱਲਬਾਤ ਦੇ ਵਿੱਚ ਇੱਕ ਜਿਹੜੀ ਲਗਾਤਾਰ 1980 ਤੋਂ ਬਾਅਦ ਇੱਕ ਲਗਾਤਾਰ ਗਰੋਥ ਹੋਈ ਆ, ਉਹਦੇ ਤੋਂ ਬਾਅਦ 1990 ਦੇ ਨੇੜੇ ਤੇੜੇ ਕਹਿੰਦੇ ਇੱਕ ਸਮਾਂ ਆਇਆ ਸੀ ਜਦੋਂ ਪਾਪੂਲੇਸ਼ਨ ਜਿਹੜੀ ਉਹ ਫਲੈਟ ਹੋ ਗਈ ਸੀ, ਕਰਵ ਫਲੈਟ ਹੋ ਗਈ ਸੀ। ਅਤੇ ਉਹ ਕਹਿੰਦੇ ਅਸੀਂ ਇਸ ਰੀਜਨ ਦੇ ਉੱਤੇ ਐਜ਼ ਅ ਹੋਲ ਦੇਖਦੇ ਹਾਂ ਤਾਂ ਇਹ ਥੋੜ੍ਹਾ ਜਿਹਾ 1% ਗਰੋ ਕੀਤਾ ਆ। ਪਰ ਵੈਨਕੂਵਰ ਦੇ ਵਿੱਚ 6780 ਲੋਕ ਘਟਣੇ ਪਿਛਲੇ ਸਾਲ ਨਾਲੋਂ 2021 ਦੇ ਵਿੱਚ। ਅਤੇ ਇਹ ਫਿਰ ਟਰੈਂਡ ਅੱਗੇ ਕਿੱਧਰ ਨੂੰ ਜਾਂਦਾ, ਕੀ ਅਗਲੇ ਸਾਲ ਹੋਰ ਪਾਪੂਲੇਸ਼ਨ ਘਟਦੀ ਆ ਜਾਂ ਇਹ ਸਟੇਬਲ ਹੋ ਜਾਂਦੀ ਹੈ ਜਾਂ ਵੱਧ ਜਾਂਦੀ ਹੈ, ਇਹ ਇੱਕ ਬਹੁਤ ਵੱਡਾ ਦੇਖਣ ਵਾਲੀ ਗੱਲ ਹੋਊਗੀ। ਸਰੀ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਗਰੋਥ ਹੋਈ ਹੈ, ਜਿਵੇਂ ਸਰੀ ਦੇ ਵਿੱਚ ਲਗਾਤਾਰ ਗਰੋਥ ਹੋ ਰਹੀ ਹੈ। ਸੋ ਇਹ ਜਿਹੜੀ ਪਿਛਲੇ ਸਾਲ ਪਾਪੂਲੇਸ਼ਨ ਸਿਟੀ ਆਫ ਸਰੀ ਦੀ ਆ ਉਹ 13,000 ਇਨਕਰੀਜ਼ ਹੋਈ ਆ। ਇਹਨਾਂ ਦੋਵਾਂ ਨੂੰ ਕੰਪੇਅਰ ਕਰਨਾ ਹੋਵੇ, ਇੱਕ ਪਾਸੇ 6,700 ਘਟ ਰਹੀ ਆ, ਇੱਕ ਪਾਸੇ 13,000 ਇਨਕਰੀਜ਼ ਹੋ ਰਹੀ ਆ। ਮਤਲਬ 1000 ਤੋਂ ਜ਼ਿਆਦਾ ਬੰਦਾ ਸਰੀ ਦੇ ਵਿੱਚ ਹਰ ਮਹੀਨੇ ਨਵਾਂ ਰਹਿਣ ਵਾਲਾ ਆ ਰਿਹਾ। ਫੈਕਟਰ ਦੇ ਵਿੱਚ ਇੱਕ ਨੇ ਹੋਮ ਪ੍ਰਾਈਸ ਵੀ ਦੱਸਿਆ ਜਾ ਰਿਹਾ ਕਿ ਭਾਵੇਂ ਪਾਪੂਲੇਸ਼ਨ ਘਟ ਗਈ ਆ ਪਰ ਘਰਾਂ ਦੀਆਂ ਕੀਮਤਾਂ ਉੱਥੇ ਅਜੇ ਵੀ ਵਧਣੀਆਂ ਜਾਰੀ ਆ। ਜਿਹੜਾ ਇੱਕ ਇਹਦਾ ਕਾਰਨ ਹੋ ਸਕਦਾ ਕਿ ਜਿਹੜਾ ਇੰਟਰਸਟ ਰੇਟ ਆ ਉਹ ਘਟਿਆ ਆ। ਉਹ ਜਿਹੜੀ ਫੋਰਕਾਸਟ ਕੀਤੀ ਗਈ ਸੀ 2022 ਦੀ ਰਾਇਲ ਪੇਜ ਨੇ, ਉਹਨਾਂ ਨੇ ਗ੍ਰੇਟਰ ਵੈਨਕੂਵਰ ਦੇ ਵਿੱਚ ਦੱਸਿਆ ਸੀ ਕਿ ਸਭ ਤੋਂ ਵੱਡਾ ਜੰਪ ਆਊਗਾ ਹਾਊਸ ਪ੍ਰਾਈਸਿਸ ਦੇ ਵਿੱਚ ਅਗਲੇ ਸਾਲ ਦੇ ਵਿੱਚ, ਮਤਲਬ ਇਸ ਸਾਲ ਦੇ ਵਿੱਚ ਸਭ ਤੋਂ ਵੱਡਾ ਜੰਪ ਇਹਦੇ ਵਿੱਚ ਆਊਗਾ। ਡਿਮਾਂਡ ਲਗਾਤਾਰ ਵਧੀ ਹੈ। ਸਪਰਿੰਗ ਮਾਰਕੀਟ 2022 ਦੇ ਵਿੱਚ ਘਰ ਹੋਰ ਵੀ ਮਹਿੰਗੇ ਹੋ ਜਾਣੇ ਆ। ਜਿਹੜੀ ਪ੍ਰੈਡਿਕਸ਼ਨ ਦੱਸੀਆਂ ਜਾ ਰਹੀਆਂ, ਇਹ ਇੱਕ ਕਾਰਨ ਵੀ ਹੋ ਸਕਦਾ ਕਿ ਜਿਹੜੀ 10% ਇਨਕਰੀਜ਼ ਦਾ ਅੰਦਾਜ਼ਾ ਲਾਇਆ ਜਾ ਰਿਹਾ ਤੇ ਜਿਹੜਾ 1.3 ਮਿਲੀਅਨ ਦੇ ਨੇੜੇ ਤੇੜੇ ਇੱਕ ਘਰ ਐਵਰੇਜ ਹੋਣਾ ਆ, ਇਹ ਵੀ ਇੱਕ ਬਹੁਤ ਵੱਡਾ ਫੈਕਟਰ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਵੈਨਕੂਵਰ ਦੀ ਪਾਪੂਲੇਸ਼ਨ ਹੋਰ ਘਟ ਜਾਵੇ, ਕਿਉਂਕਿ ਜੇ ਘਰ ਹੀ ਨਹੀਂ ਰਹਿ ਸਕਦੇ ਉਹਦਾ ਮੀਡੀਅਨ ਪ੍ਰਾਈਸ ਸਿੰਗਲ ਫੈਮਿਲੀ ਡਿਟੈਚ ਪ੍ਰੋਪਰਟੀ ਦਾ ਹੀ 12% ਵੱਧ ਜਾਂਦਾ ਆ। 13 ਲੱਖ ਤੋਂ 1.3 ਤੋਂ ਲੈ ਕੇ 1.8 ਦੇ ਉੱਤੇ ਪਹੁੰਚ ਜਾਂਦਾ ਆ। ਅਤੇ ਇਹ ਆਪਣੇ ਆਪ ਜਿਹੜੇ ਕੋਂਡੋ ਦੇ ਪ੍ਰਾਈਸ ਆ ਉੱਥੇ ਉਹੀ 8% ਉਹਦਾ ਮੀਡੀਅਨ ਪ੍ਰਾਈਸ ਵਧਿਆ ਫੋਰਕਾਸਟ ਕੀਤਾ ਜਾ ਰਿਹਾ। ਸੋ ਇਹ ਬਹੁਤ ਸਾਰੇ ਅੰਕੜੇ ਹੋ ਸਕਦੇ ਆ, ਪਰ ਵੈਨਕੂਵਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਦਾ ਵਧਣਾ ਅਤੇ ਉੱਥੇ ਪਾਪੂਲੇਸ਼ਨ ਦਾ ਘਟਣਾ ਲੋਕਾਂ ਦੇ ਲਈ ਇਹ ਸੱਚਮੁੱਚ ਇੱਕ ਧਿਆਨ ਮੰਗਦਾ ਵਿਸ਼ਾ। ਇਸ ਪੈਂਡੈਮਿਕ ਦੇ ਵਿੱਚ ਸਭ ਤੋਂ ਵੱਡਾ ਮਸਲਾ ਇੱਕ ਦੇਸ਼ ਤੋਂ ਦੂਜੇ ਦੇਸ਼ ਤੇ ਇੱਕ ਪ੍ਰੋਵਿੰਸ ਤੋਂ ਦੂਜੇ ਪ੍ਰੋਵਿੰਸ ਜਾਣਾ ਸੀ। ਬਹੁਤ ਸਾਰੇ ਲੋਕਾਂ ਨੇ ਰੈਸਟ੍ਰਿਕਸ਼ਨਸ ਲਾਈਆਂ, ਕਿਸੇ ਨੇ ਵੈਕਸੀਨ ਨੂੰ ਜ਼ਰੂਰੀ ਕੀਤਾ, ਕਿਸੇ ਨੇ ਕੋਵਿਡ-19 ਦੇ ਟੈਸਟ ਨੂੰ ਜ਼ਰੂਰੀ ਕੀਤਾ। ਪਿਛਲੇ ਕੁਝ ਦਿਨਾਂ ਤੋਂ ਟਰੱਕ ਡਰਾਈਵਰਸ ਦਾ ਮਸਲਾ ਸਾਹਮਣੇ ਆ ਰਿਹਾ। ਇਹਦੇ ਬਾਰੇ ਚਰਚਾ ਹੋ ਰਹੀ ਆ ਕਿ ਜਿਹੜੇ ਟਰੱਕ ਡਰਾਈਵਰ ਕੈਨੇਡਾ ਆ ਰਹੇ ਆ ਯੂਨਾਈਟਿਡ ਸਟੇਟਸ ਤੋਂ ਇੱਧਰਲੇ ਪਾਸੇ, ਉਹਨਾਂ ਦੀ ਵੈਕਸੀਨੇਸ਼ਨ ਹੋਣੀ ਚਾਹੀਦੀ ਆ।
ਆਉਣ ਵਾਲੇ ਸ਼ਨੀਵਾਰ ਤੋਂ ਲੈ ਕੇ ਇਹ ਚੀਜ਼ ਸ਼ੁਰੂ ਹੋ ਜਾਣੀ ਹੈ। ਇਹਦੇ ਤੋਂ ਬਾਅਦ ਫਿਰ ਇੱਕ ਖਬਰ ਆਈ ਕਿ ਨਹੀਂ, ਇਹਦੀ ਲੋੜ ਨਹੀਂ ਹੈ, ਟਰੱਕ ਡਰਾਈਵਰ ਨੂੰ ਛੋਟ ਦੇ ਦਿੱਤੀ ਗਈ ਆ। ਤੇ ਹੁਣ ਜਿਹੜੀ ਲੇਟੈਸਟ ਖਬਰ ਅੱਜ ਆ ਰਹੀ ਆ ਉਹ ਇਹ ਆ ਕਿ ਛੋਟ ਨਹੀਂ ਦਿੱਤੀ ਗਈ। ਜਿਹੜੀ ਉਹ ਛੋਟ ਵਾਲੀ ਗੱਲ ਸੀਗੀ ਉਹ ਇੱਕ ਐਰਰ ਸੀਗੀ, ਇੱਕ ਗਲਤੀ ਸੀਗਾ ਜਿਹੜਾ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਬੁੱਧਵਾਰ ਨੂੰ ਬਾਅਦ ਦੇ ਵਿੱਚ ਜਾ ਕੇ ਇਹਨੂੰ ਦੱਸਿਆ। ਔਰ ਹੁਣ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਵੀ ਟਰੱਕ ਡਰਾਈਵਰ ਕੈਨੇਡਾ ਤੋਂ ਅਮਰੀਕਾ ਆ ਰਿਹਾ, ਵੈਕਸੀਨ ਲੱਗੀ ਹੋਣੀ ਉਹਨਾਂ ਦੇ ਲਈ ਜ਼ਰੂਰੀ ਹੈ। ਜੇ ਵੈਕਸੀਨ ਨਹੀਂ ਲੱਗੀ ਤਾਂ 14 ਦਿਨ ਦਾ ਉਹਨਾਂ ਨੂੰ ਕੁਆਰੰਟੀਨ ਕਰਨਾ ਪਊਗਾ। 19 ਨਵੰਬਰ 2021 ਨੂੰ ਕਹਿੰਦੇ ਅਨਾਊਂਸ ਕੀਤਾ ਸੀ ਕਿ ਜਨਵਰੀ 15 2022 ਤੋਂ ਲੈ ਕੇ ਕੁਝ ਕੈਟਾਗਰੀਜ਼ ਜਿਹੜੀਆਂ ਟਰੈਵਲਰ ਦੀਆਂ ਹੈਗੀਆਂ ਜਿਨ੍ਹਾਂ ਨੂੰ ਹੁਣ ਛੋਟ ਦਿੱਤੀ ਗਈ ਹੈ ਐਂਟਰੀ ਰਿਕੁਆਇਰਮੈਂਟ ਤੋਂ ਲੈ ਕੇ, ਉਹਨਾਂ ਨੂੰ ਕੈਨੇਡਾ ਦੇ ਵਿੱਚ ਤਾਂ ਹੀ ਐਂਟਰ ਕਰਨ ਦਿੱਤਾ ਜਾਊਗਾ ਜੇਕਰ ਉਹ ਫੁੱਲੀ ਵੈਕਸੀਨੇਟਡ ਨੇ। ਕੋਈ ਵੀ ਵੈਕਸੀਨ ਜਿਹੜੀ ਅਪਰੂਵ ਕੀਤੀ ਗਈ ਹੈ ਕੈਨੇਡਾ ਦੁਆਰਾ। ਇਹਦੇ ਤੋਂ ਇਹ ਸਟੇਟਮੈਂਟ ਦਿੱਤੀ ਗਈ ਸੀ ਜਿਹੜੇ ਫੈਡਰਲ ਮਿਨਿਸਟਰ ਆਫ ਹੈਲਥ ਤੇ ਟਰਾਂਸਪੋਰਟ ਤੇ ਪਬਲਿਕ ਸੇਫਟੀ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ 5 ਵਜੇ ਸ਼ਾਮ ਨੂੰ ਵੀਰਵਾਰ ਦੇ ਦਿਨ, ਜਾਣੀ ਕਿ ਕੱਲ੍ਹ। ਉਹ ਕਹਿੰਦੇ ਇਹ ਜਿਹੜੇ ਗਰੁੱਪ ਨੇ ਜਿਨ੍ਹਾਂ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ, ਬਹੁਤ ਸਾਰੇ ਐਸੈਂਸ਼ੀਅਲ ਸਰਵਿਸ ਪ੍ਰੋਵਾਈਡਰ ਇਹਨਾਂ ਦੇ ਵਿੱਚ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚ ਕਿ ਟਰੱਕ ਡਰਾਈਵਰ ਵੀ ਆਉਂਦੇ ਆ। ਜਿਹਦਾ ਦੂਜਾ ਮਤਲਬ ਇਹ ਨਿਕਲਦਾ ਕਿ ਟਰੱਕ ਡਰਾਈਵਰ ਨੂੰ ਵੈਕਸੀਨ ਲਵਾਉਣੀ ਜ਼ਰੂਰੀ ਆ, ਇਹਦੇ ਤੋਂ ਬਿਨਾਂ ਤੁਸੀਂ ਕੈਨੇਡਾ ਦੇ ਵਿੱਚ ਨਹੀਂ ਆ ਸਕਦੇ। ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਵੈਕਸੀਨ ਲਵਾਈ ਆ, ਵੈਕਸੀਨ ਦੀਆਂ ਦੋਵੇਂ ਡੋਜ਼ ਉਹਨਾਂ ਨੂੰ ਲੱਗ ਚੁੱਕੀਆਂ, ਪਰ ਫਿਰ ਵੀ ਇਹ ਜਿਹੜੀ ਸਮੱਸਿਆ ਹੈ ਇਹਨੂੰ ਬਹੁਤ ਗੰਭੀਰਤਾ ਦੇ ਨਾਲ ਦੇਖਿਆ ਜਾ ਰਿਹਾ। ਨਾਰਥ ਅਮਰੀਕਾ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀ ਇਹ ਡੈਡਲਾਈਨ ਜਿਹੜੀ ਆ ਜਾਣੀ ਹੈ ਐਸ ਸੈਟਰਡੇ ਨੂੰ, ਉਹਦੇ ਤੋਂ ਬਾਅਦ ਇੱਕ ਵੱਡੀ ਤਬਦੀਲੀ ਵੀ ਹੋ ਸਕਦੀ ਆ ਕਿ ਜਿਹੜੇ ਲੋਕਾਂ ਨੇ ਵੈਕਸੀਨ ਨਹੀਂ ਲਵਾਈ, ਜੇ ਉਹ ਕੰਮ ਤੋਂ ਹਟ ਜਾਂਦੇ ਆ ਤਾਂ ਫਿਰ ਜਿਹੜੀ ਸਪਲਾਈ ਚੇਨ ਆ ਉਹਦਾ ਬਣੂਗਾ ਕੀ। ਅਮਰੀਕਾ ਨੇ ਵੀ ਲਗਭਗ ਇੱਦਾਂ ਦਾ ਪਲਾਨ ਕੀਤਾ ਹੈ। ਉਹਨਾਂ ਨੇ ਇਹ 22 ਜਨਵਰੀ ਤੋਂ ਪਲਾਨ ਕੀਤਾ ਹੈ ਕਿ ਤੁਸੀਂ ਜਿਹੜਾ ਬਾਰਡਰ ਕ੍ਰਾਸ ਨਹੀਂ ਕਰ ਸਕਦੇ ਸਟੇਟਸ ਵੱਲੋਂ ਜਿੰਨਾ ਚਿਰ ਤੁਹਾਡੇ ਵੈਕਸੀਨੇਸ਼ਨ ਨਹੀਂ ਲੱਗਦੀ। ਜਿਹੜੀ ਕੈਨੇਡੀਅਨ ਟਰੱਕਿੰਗ ਅਲਾਈਅੰਸ ਆ ਉਹ ਕਹਿ ਰਿਹਾ ਕਿ 10 ਤੋਂ 15% ਡਰਾਈਵਰ ਇਸ ਇੰਡਸਟਰੀ ਦੇ ਵਿੱਚ ਹੈਗੇ ਜਿਹਨਾਂ ਨੇ ਵੈਕਸੀਨ ਨਹੀਂ ਲਵਾਈ। ਜੇ 10 ਤੋਂ 15% ਡਰਾਈਵਰ ਨੇ ਵੈਕਸੀਨ ਨਹੀਂ ਲਵਾਈ ਤੇ ਸ਼ਨੀਵਾਰ ਤੋਂ ਉਹ ਡਰਾਈਵਰ ਫਿਰ ਕੰਮ ਤੋਂ ਬਾਹਰ ਹੋ ਜਾਣਗੇ, ਇਹਦਾ ਮਤਲਬ ਸਟਾਫ ਦੀ ਸ਼ਾਰਟੇਜ ਤੋਂ ਬਾਅਦ ਫਿਰ ਚੀਜ਼ਾਂ ਦੀ ਕਮੀ ਆਊਗੀ। ਜੇ ਚੀਜ਼ਾਂ ਦੀ ਕਮੀ ਆਉਂਦੀ ਹੈ ਤਾਂ ਉਹਨਾਂ ਦੀਆਂ ਕੀਮਤਾਂ ਵਧਣਗੀਆਂ ਤੇ ਸਪਲਾਈ ਚੇਨ ਇੱਕ ਵਾਰੀ ਫਿਰ ਡਿਸਟਰਬ ਹੋ ਸਕਦੀ ਹੈ। ਪ੍ਰੈਸ਼ਰ ਬਹੁਤ ਪਾਇਆ ਗਿਆ ਸੀ ਸਰਕਾਰ ਦੇ ਉੱਤੇ ਕਿ ਇਸ ਫੈਸਲੇ ਨੂੰ ਵਾਪਸ ਲੈ ਲਓ, ਤੇ ਉਸੇ ਪ੍ਰੈਸ਼ਰ ਦੇ ਤਹਿਤ ਕੱਲ੍ਹ ਲੱਗਦਾ ਸੀ ਕਿ ਜਿਹੜੀ ਸਟੇਟਮੈਂਟ ਆਈ ਹੈ ਕਿ ਵਾਪਸ ਲੈ ਲਿਆ ਗਿਆ, ਪਰ ਬਾਅਦ ਦੇ ਵਿੱਚ ਇਹਨੂੰ ਐਰਰ ਦੱਸਿਆ ਗਿਆ। ਇਸ ਵੇਲੇ ਜਿਹੜਾ ਮੈਂਡੇਟ ਆ ਦੱਸਿਆ ਜਾ ਰਿਹਾ ਕਿ 12,000 ਕੈਨੇਡੀਅਨ ਟਰੱਕਰਸ ਤੇ ਹੋਰ ਜਿਹੜੇ US ਦੇ ਵਿੱਚ ਕਈ ਹਜ਼ਾਰਾਂ ਹੈਗੇ ਆ ਕ੍ਰਾਸ ਬਾਰਡਰ ਸ਼ਿਪਿੰਗ ਰੂਟ ਦੇ ਉੱਤੇ, ਉਹਨਾਂ ਦੇ ਉੱਤੇ ਇਹਦਾ ਸਿੱਧਾ ਅਸਰ ਪਊਗਾ। ਅਫੀਸ਼ੀਅਲ ਨੂੰ ਕਨਵਿੰਸ ਕਰਨ ਦਾ ਯਤਨ ਕੀਤਾ ਗਿਆ ਸੀ, ਅਫੀਸ਼ੀਅਲ ਇਹਦੇ ਉੱਤੇ ਮੰਨ ਨਹੀਂ ਰਹੇ। ਲੱਗਦਾ ਸੀ ਕਿ ਉਹ ਮੰਨ ਜਾਣਗੇ। ਉਹ ਦੱਸਿਆ ਜਾ ਰਿਹਾ ਕਿ ਸਾਡੇ ਕੋਲ ਜਿਹੜੀ ਸਰਕਾਰ ਜੋ ਕੁਝ ਕਰ ਰਹੀ ਹੈ ਇਸ ਵੇਲੇ 24 ਘੰਟੇ ਦੇ ਬਾਅਦ ਉਹਨਾਂ ਨੇ ਇਹਨੂੰ ਇਨੀਸ਼ੀਅਲ ਐਰਰ ਕਹਿ ਦਿੱਤਾ ਸੀ, ਤੇ ਹੁਣ ਇਸ ਗੱਲਬਾਤ ਦੇ ਉੱਤੇ ਫੇਰ ਦੁਬਾਰਾ ਤੋਂ ਚਰਚਾ ਹੋ ਰਹੀ ਹੈ ਕਿ ਜੇਕਰ ਇਹ ਇੰਨਾ ਵੱਡਾ ਵਪਾਰ ਆ ਦੋਵਾਂ ਦੇਸ਼ਾਂ ਦਾ, 605 ਬਿਲੀਅਨ ਦੇ ਵਿੱਚੋਂ 2/3 ਤੋਂ ਵੀ ਜ਼ਿਆਦਾ ਸਮਾਨ ਜਿਹੜਾ ਕੈਨੇਡਾ ਤੇ ਅਮਰੀਕਾ ਦੇ ਵਿੱਚ ਟਰੱਕ ਰਾਹੀਂ ਆਉਂਦਾ ਆ, ਜੇ ਉਹਦੇ ਵਿੱਚੋਂ 10 ਤੋਂ 15% ਡਰਾਈਵਰ ਛੁੱਟੀ ਕਰ ਗਏ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਅਸਰ ਕੀ ਪਊਗਾ ਤੇ ਸਰਕਾਰ ਕੋਲ ਉਹਦੇ ਪੈਰਲਰ ਪਲਾਨ ਕੀ ਹੈ। ਜਦੋਂ ਕੋਵਿਡ-19 ਸ਼ੁਰੂ ਹੋਇਆ ਸੀ ਤਾਂ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਚੱਲ ਰਹੀ ਸੀ ਕਿ ਵੈਕਸੀਨ ਆ ਜਾਊਗੀ। ਜਦੋਂ ਵੈਕਸੀਨ ਆ ਗਈ, ਵੈਕਸੀਨ ਲੋਕਾਂ ਦੇ ਲੱਗ ਜਾਣੀ ਹੈ ਤੇ ਲੱਗਣ ਤੋਂ ਬਾਅਦ ਸਾਰਾ ਕੁਝ ਠੀਕ ਠਾਕ ਹੋ ਜਾਣਾ। ਫਿਰ ਵੈਕਸੀਨ ਆ ਗਈ, ਫਿਰ ਪਤਾ ਲੱਗਿਆ ਕਿ ਕੁਝ ਵੈਕਸੀਨ ਇਹੋ ਜਿਹੀਆਂ ਨੇ ਜਿਹਦੀਆਂ 2 ਡੋਜ਼ ਲੱਗਣੀਆਂ ਚਾਹੀਦੀਆਂ ਨੇ ਤੇ 2 ਡੋਜ਼ ਦੇ ਵਿਚਕਾਰ ਇੱਕ ਇੰਨਾ ਵਕਫਾ ਹੋਣਾ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਆਸ ਬੱਝੀ ਕਿ ਹੁਣ 2 ਵੈਕਸੀਨ ਲੱਗ ਜਾਣੀਆਂ, 2 ਵੈਕਸੀਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਜਾਣਾ। ਫਿਰ ਬੂਸਟਰ ਸ਼ਾਟ ਦੀ ਗੱਲਬਾਤ ਆਈ ਕਿ ਜਦੋਂ ਲੋਕਾਂ ਦੇ ਬੂਸਟਰ ਸ਼ਾਟ ਲੱਗ ਜਾਣਾ ਜੀ, 2 ਲੱਗ ਗਈਆਂ, ਹੁਣ ਤੀਜੀ ਫਿਰ ਲੱਗ ਜਾਣੀ, ਤੀਜੀ ਤੋਂ ਬਾਅਦ ਪ੍ਰੋਟੈਕਸ਼ਨ ਹੋ ਜਾਣੀ, ਫਿਰ ਸਾਰਾ ਕੁਝ ਠੀਕ ਠਾਕ ਹੋ ਜਾਣਾ। ਅਜੇ ਤੀਜੀ ਦੀ ਗੱਲਬਾਤ ਚੱਲ ਹੀ ਰਹੀ ਹੈ, ਲੋਕਾਂ ਦੀ ਜੇ ਤੀਜੀ ਡੋਜ਼ ਸਾਰਿਆਂ ਦੇ ਲੱਗੀ ਨਹੀਂ ਕਿ ਚੌਥੀ ਡੋਜ਼ ਵੈਕਸੀਨ ਦਾ ਜ਼ਿਕਰ ਵੀ ਹੋਣ ਲੱਗ ਪਿਆ। ਕਈ ਦੇਸ਼ਾਂ ਨੇ ਇਹ ਲਾਉਣੀ ਵੀ ਸ਼ੁਰੂ ਕਰ ਦਿੱਤੀ ਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਵੀ ਇਹਦੇ ਬਾਰੇ ਅਨਾਊਂਸਮੈਂਟ ਕਰ ਦਿੱਤੀ ਕਿ ਕਿਤੇ ਨਾ ਕਿਤੇ ਜੇ ਲਾਉਣੀ ਪਈ ਤਾਂ ਸਾਡੇ ਕੋਲ ਹੈਗੀ ਹੈ। ਹੁਣ ਜਿਹੜੀਆਂ 4th ਬੂਸਟਰ ਡੋਜ਼ ਆ ਇਹ ਕਿਹਨਾਂ ਦੇ ਲੱਗਣੀ ਆ? ਬਹੁਤ ਸਾਰੀਆਂ ਜੁਰਿਸਡਿਕਸ਼ਨਸ ਜਿਹੜੀਆਂ ਦੇਸ਼ ਦੇ ਵਿੱਚ ਹੈਗੀਆਂ ਆ ਉਹਨਾਂ ਨੇ ਇਹਨੂੰ ਐਕਸਟੈਂਡ ਕਰ ਦਿੱਤਾ ਆ। ਕੁਝ ਇਹ ਸੋਚ ਰਿਹਾ ਕਿ ਕੀ ਇਹਦੀ ਸਾਰਿਆਂ ਨੂੰ ਲੋੜ ਪਊਗੀ, ਹੁਣ 4 ਜਿਹੜੀਆਂ ਵੈਕਸੀਨ ਲਾਉਣੀਆਂ ਪੈਣਗੀਆਂ, ਔਰ ਕੀ ਕੈਨੇਡਾ ਦੇ ਵਿੱਚ ਜਲਦੀ ਲੱਗਣਗੀਆਂ। 3rd ਡੋਜ਼ ਕੋਵਿਡ-19 ਵੈਕਸੀਨ ਦਾ ਇਸ ਵੇਲੇ ਰੋਲ ਆਊਟ ਪੂਰਾ ਚੱਲ ਰਿਹਾ ਹੈ ਤੇ ਜਦੋਂ ਚੌਥੀ ਦੀ ਗੱਲਬਾਤ ਚੱਲੀ ਆ ਤੇ ਪ੍ਰਧਾਨ ਮੰਤਰੀ ਨੇ ਇਹ ਕਹਿ ਦਿੱਤਾ ਕਿ ਸਾਰੇ ਐਲੀਜੀਬਲ ਕੈਂਡੀਡੇਟਸ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੂੰ ਕੰਟਰੈਕਟ ਸਾਈਨ ਕਰ ਲਿਆ ਗਿਆ 2024 ਤੱਕ ਫਾਈਜ਼ਰ ਬਾਇਓਟੈਕ ਤੇ ਮੋਡਰਨਾ ਦੇ ਨਾਲ,
ਤੇ ਇਹ ਸਾਡੇ ਕੋਲ ਐਨਫ ਸਪਲਾਈ ਆ ਜਾਣੀ ਹੈ। ਜਿਹੜੇ ਮਾਈਕਰੋਬਾਇਓਲੋਜਿਸਟ ਤੇ ਇਨਫੈਕਸ਼ੀਅਸ ਡਿਜ਼ੀਜ਼ ਐਕਸਪਰਟ ਨੇ ਉਹ ਦੱਸ ਰਹੇ ਆ ਕਿ ਕੈਨੇਡਾ ਹਜੇ ਉਸ ਪੁਆਇੰਟ ਦੇ ਉੱਤੇ ਨਹੀਂ ਪਹੁੰਚਿਆ ਜਿੱਥੇ ਚੌਥੀ ਡੋਜ਼ ਦੀ ਲੋੜ ਪਵੇ ਜਨਰਲ ਪੋਪੂਲੇਸ਼ਨ ਨੂੰ। ਕੁਝ ਖਾਸ ਗਰੁੱਪਸ ਨੂੰ ਪੈ ਸਕਦੀ ਆ, ਪਰ ਸਾਰਿਆਂ ਨੂੰ ਇਸ ਵੈਕਸੀਨ ਦੀ ਲੋੜ ਪਵੇ ਇਸ ਪੁਆਇੰਟ ਤੱਕ ਅਜੇ ਕੈਨੇਡਾ ਨਹੀਂ ਪਹੁੰਚਿਆ। ਉਹ ਕਹਿੰਦੇ ਜਿਹੜੀਆਂ ਦੂਜੀਆਂ ਵੈਕਸੀਨ ਹੈਗੀਆਂ ਆ ਤੁਹਾਨੂੰ ਉਹਦੀ ਜਿਹੜੀ 3 ਜਾਂ 4 ਡੋਜ਼ ਦੀ ਲੋੜ ਪੈ ਸਕਦੀ ਆ ਉਹਦੇ ਇਫੈਕਟ ਨੂੰ ਸਟੇਬਲ ਕਰਨ ਦੇ ਲਈ, ਪਰ ਕੋਵਿਡ-19 ਵੈਕਸੀਨ ਦੇ ਵਿੱਚ ਅਸੀਂ ਹਜੇ ਇਹਦੀ ਪ੍ਰੋਟੈਕਸ਼ਨ ਦੇਖ ਰਹੇ ਹਾਂ ਤੇ ਉਹਦੇ ਤੋਂ ਬਾਅਦ ਹੀ ਡਿਸਾਈਡ ਕੀਤਾ ਜਾਊਗਾ ਕਿ ਇਹਦੀ ਐਕਸਟਰਾ ਡੋਜ਼ ਕਦੋਂ ਲੱਗਣੀ ਹੈ। ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਜਾਣੀ ਕਿ ਨਾਸੀ ਜਿਹਨੂੰ ਕਹਿੰਦੇ ਆ, ਉਹਨੇ ਪਹਿਲੇ ਰਿਕਮੈਂਡ ਕਰ ਦਿੱਤਾ ਕਿ ਜਿਹੜੇ ਘੱਟ ਜਾਂ ਬਹੁਤ ਜ਼ਿਆਦਾ ਜਿਨ੍ਹਾਂ ਦਾ ਇਮਿਊਨ ਸਿਸਟਮ ਕੰਪਰੋਮਾਈਜ਼ਡ ਆ ਉਹਨਾਂ ਨੂੰ 4th ਡੋਜ਼ ਜਿਹੜੀ ਆ ਘੱਟੋ ਘੱਟ ਤੀਜੀ ਡੋਜ਼ ਤੋਂ 6 ਮਹੀਨਿਆਂ ਬਾਅਦ ਲੈਣੀ ਪਊਗੀ। ਸੋ ਸਾਰਿਆਂ ਨੂੰ ਨਹੀਂ, ਜਿਹੜੇ ਮੋਡਰੇਟਲੀ ਔਰ ਸਵੀਅਰਲੀ ਇਮਿਊਨੋ ਕੰਪਰੋਮਾਈਜ਼ ਨੇ, ਭਾਵ ਜਿਨ੍ਹਾਂ ਦਾ ਜਿਹੜਾ ਇਮਿਊਨ ਸਿਸਟਮ ਆ ਉਹਨਾਂ ਦਾ ਅੰਦਰੂਨੀ ਬਿਮਾਰੀਆਂ ਲੜਨ ਦੀ ਤਾਕਤ ਪੂਰੀ ਨਹੀਂ ਆ, ਸਿਰਫ ਉਹਨਾਂ ਨੂੰ ਉਹ ਵੀ ਤੀਜੀ ਡੋਜ਼ ਤੋਂ 6 ਮਹੀਨੇ ਬਾਅਦ। ਹੁਣ ਇਹ ਚੌਥੀ ਡੋਜ਼ ਜਿਹੜੀ ਆ ਪਿਛਲੇ ਮਹੀਨੇ ਕੁਝ ਲੋਕਾਂ ਨੇ ਜਿਹੜੀ ਇਹ 4th ਡੋਜ਼ ਆ ਉਹ ਰეკਮੈਂਡ ਕੀਤੀ ਹੈ, ਜਿਹੜੇ ਇਸ ਕਿਸਮ ਦੇ ਲੋਕ ਨੇ ਉਹਨਾਂ ਦੇ ਲਈ। ਬ੍ਰਿਟਿਸ਼ ਕੋਲੰਬੀਆ, ਸਸਕਾਚਵਨ ਤੇ ਮੈਨੀਟੋਬਾ, ਅੰਟੈਰੀਓ ਨੇ ਹਜੇ ਜਿਹੜਾ ਲੌਂਗ ਟਰਮ ਕੇਅਰ ਹੋਮਸ ਦੇ ਰੈਜ਼ੀਡੈਂਟਸ ਦੇ ਲਈ ਇਹ ਐਲੀਜੀਬਿਲਿਟੀ ਲਿਸਟ ਐਡ ਕੀਤੀ ਹੈ। ਨਿਊਫਾਊਂਡਲੈਂਡ ਤੇ ਲੈਬਰਾਡੋਰ ਦੇ ਚੀਫ ਮੈਡੀਕਲ ਆਫਿਸਰ ਆਫ ਹੈਲਥ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਪ੍ਰੋਵਿੰਸ ਕੋਲ ਉਹਨਾਂ ਨੇ ਵੀ ਚੌਥੀ ਡੋਜ਼ ਜਿਹੜੀ ਆ ਉਹ ਇਮਿਊਨੋ ਕੰਪਰੋਮਾਈਜ਼ ਦੇ ਲਈ ਆਫਰ ਕਰਨੀ ਸ਼ੁਰੂ ਕਰ ਦਿੱਤੀ ਆ। ਸੋ ਆਮ ਪਬਲਿਕ ਨੂੰ ਸਾਰਿਆਂ ਨੂੰ ਹੀ 4 ਡੋਜ਼ ਚਾਹੀਦੀਆਂ ਔਰ ਹੁਣੇ ਹੀ 4 ਡੋਜ਼ ਲੱਗਣਗੀਆਂ, ਇਹਦੇ ਬਾਰੇ ਸਪਸ਼ਟ ਕੀਤਾ ਗਿਆ ਕਿ ਅਜੇ ਇਸ ਕਿਸਮ ਦਾ ਸਮਾਂ ਕੈਨੇਡਾ ਦੇ ਵਿੱਚ ਨਹੀਂ ਆਇਆ। ਜਿੱਦਾਂ ਪੈਂਡੈਮਿਕ ਦੇਸ਼ ਦੇ ਵਿੱਚ ਫੈਲਿਆ ਹੈ ਔਰ ਪੈਂਡੈਮਿਕ ਹਰ ਥਾਂ ਦੇ ਉੱਤੇ ਵੇਰੀ ਕਰ ਰਿਹਾ, ਕਿਤੇ ਇਹਦਾ ਅਸਰ ਵੱਧਦਾ, ਕਿਤੇ ਇਹਦਾ ਅਸਰ ਘੱਟ ਆ, ਪਰ ਸਾਰੇ ਦਾ ਸਾਰਾ ਹੈਲਥ ਕੇਅਰ ਸਿਸਟਮ ਦੇ ਉੱਤੇ ਬੋਝ ਪਿਆ ਤੇ ਕੈਨੇਡਾ ਕੁਝ ਨਵੇਂ ਤਰੀਕੇ ਲੱਭ ਰਿਹਾ ਕਿ ਜਿਹਦੇ ਨਾਲ ਇਹ ਬੋਝ ਨੂੰ ਘਟਾਇਆ ਜਾ ਸਕੇ। ਸਟਾਫ ਦੀ ਸ਼ਾਰਟੇਜ ਆ, ਹਸਪਤਾਲਾਂ ਦੇ ਵਿੱਚ ਭਰਤੀ ਦਾ ਮਾਮਲਾ ਆ, ICU ਦੇ ਵਿੱਚ ਕਿੰਨੇ ਲੋਕ ਹੈਗੇ ਉਹਨਾਂ ਦਾ ਮਾਮਲਾ ਆ, ਬਹੁਤ ਸਾਰੇ ਲੋਕਾਂ ਦੀਆਂ ਜ਼ਰੂਰੀ ਸਰਜਰੀਆਂ ਲੇਟ ਹੋ ਰਹੀਆਂ ਆ, ਇਹ ਮਾਮਲਾ ਆ। ਤੇ ਕੈਨੇਡਾ ਇਸ ਵੇਲੇ ਦੇਖ ਰਿਹਾ ਕਿ ਜਿਹੜਾ ਐਂਟੀ ਵਾਇਰਲ ਪ੍ਰੋਡਕਟ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਲਿਆਂਦਾ ਜਾਵੇ। ਵੈਕਸੀਨ ਦਾ ਮਤਲਬ ਇਹ ਆ ਕਿ ਪਹਿਲਾਂ ਇਹਦੀ ਡੋਜ਼ ਦੇ ਦਿੱਤੀ ਜਾਂਦੀ ਆ ਕਿ ਜਿਹੜੇ ਬੰਦੇ ਨੂੰ ਵੈਕਸੀਨ ਲੱਗ ਗਈ ਉਹਨੂੰ ਫਿਰ ਕੋਵਿਡ-19 ਨਹੀਂ ਹੋਊਗਾ ਜਾਂ ਕੋਈ ਬਿਮਾਰੀ ਉਸ ਕਿਸਮ ਦੀ ਜਿਹਦੀ ਵੈਕਸੀਨ ਲਾਈ ਜਾਂਦੀ ਉਹ ਨਹੀਂ ਹੋਊਗੀ। ਐਂਟੀਵਾਇਰਲ ਦਵਾਈ ਉਹ ਦਵਾਈ ਆ ਜੇ ਕਿਸੇ ਨੂੰ ਕਰੋਨਾ ਹੋ ਹੀ ਗਿਆ, ਕੋਵਿਡ-19 ਹੋ ਹੀ ਗਿਆ, ਤਾਂ ਉਹਦੇ ਤੋਂ ਬਾਅਦ ਜੇ ਉਹਨੂੰ ਇਹ ਗੋਲੀਆਂ ਜਾਂ ਇਹ ਦਵਾਈ ਦੇ ਦਿੱਤੀ ਜਾਵੇ ਤਾਂ ਉਹਦੇ ਉੱਤੇ ਕੋਵਿਡ-19 ਦਾ ਅਸਰ ਘੱਟ ਹੋਊਗਾ, ਉਹਦਾ ਬਚਾਅ ਹੋ ਜਾਊਗਾ। ਦੁਨੀਆ ਦੇ ਵਿੱਚ 2 ਕੰਪਨੀਆਂ ਨੇ ਇੱਦਾਂ ਦੀਆਂ ਦਵਾਈਆਂ ਜਿਹੜੀਆਂ ਬਣਾ ਲਈਆਂ ਜਾਂ ਬਣਾਉਣ ਦਾ ਦਾਅਵਾ ਕੀਤਾ ਆ, ਜਿਹੜੇ ਉਹ ਦੱਸ ਰਹੇ ਆ ਕਿ ਇਹਦਾ ਲਗਭਗ ਇਹ ਅਪਰੂਵਲ ਦੇ ਨੇੜੇ ਤੇੜੇ ਆ ਸਾਰਾ ਪ੍ਰੋਸੈਸ। ਇੱਕ ਫਾਈਜ਼ਰ ਕੰਪਨੀ ਆ, ਫਾਈਜ਼ਰ ਕੰਪਨੀ ਦੀ ਜਿਹੜੀ ਇਹ ਦਵਾਈ ਆ ਉਹਨੂੰ ਪੈਕਸਲੋਵਿਡ ਕਿਹਾ ਜਾ ਰਿਹਾ ਤੇ ਮਰਕ ਦੀ ਮੋਲਨੂਪ੍ਰਿਵਰ ਕਿਹਾ ਜਾ ਰਿਹਾ। ਇਹ 2 ਦਵਾਈਆਂ ਦੇ ਉੱਤੇ ਕੈਨੇਡਾ ਇਸ ਵੇਲੇ ਭਰੋਸਾ ਕਰ ਰਿਹਾ, ਆਸ ਕਰ ਰਿਹਾ ਕਿ ਇਹ ਸਾਡੇ ਕੋਲ ਐਂਟੀਵਾਇਰਲ ਟ੍ਰੀਟਮੈਂਟ ਆ ਜਾਊਗੀ, ਉਹਦੇ ਤੋਂ ਬਾਅਦ ਬਹੁਤ ਸਾਰੀ ਸਮੱਸਿਆ ਹੱਲ ਹੋ ਜਾਊਗੀ। ਡਾਕਟਰ ਪ੍ਰਸਕ੍ਰਾਈਬ ਕਰਨਗੇ ਇਹਨਾਂ ਗੋਲੀਆਂ ਨੂੰ ਤੇ ਬਾਡੀ ਦੇ ਵਿੱਚ ਫਿਰ ਜਦੋਂ ਇਹ ਜਿਹੜਾ SARS-CoV-2 ਵਾਇਰਸ ਆ ਇਹਦੇ ਨਾਲ ਲੜਨਗੀਆਂ, ਇਹਦੇ ਸਿੰਪਟਮ ਘਟਣਗੇ, ਇਨਫੈਕਸ਼ਨ ਘਟੂਗੀ ਤੇ ਬੰਦਾ ਜੇ ਪਹਿਲਾਂ 5-6 ਦਿਨ ਬਿਮਾਰ ਰਹਿੰਦਾ ਤਾਂ ਉਹਦੇ ਨਾਲ 1 ਅੱਧੇ ਦਿਨ ਦੇ ਵਿੱਚ ਹੀ ਠੀਕ ਹੋ ਜਾਊਗਾ। ਮਰਕ ਜਿਹੜੀ ਆ ਉਹਦੀ ਐਫੀਕੇਸੀ ਪ੍ਰੋਡਕਟ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਪਤਾ ਚੱਲੀਆਂ। ਮੋਲਨੂਪਿਰ ਇਹ ਕਹਿ ਰਿਹਾ ਕਿ ਇਹ ਹਸਪੀਟਲਾਈਜੇਸ਼ਨ ਤੇ ਡੈਥ ਨੂੰ 30% ਘਟਾ ਦੇਣਗੇ ਤੇ ਪੈਕਸਲੋਵਿਡ ਜਿਹੜੀ ਆ ਉਹਨੇ ਹਾਈ ਮਾਰਕਸ ਇਸ ਟੈਸਟਿੰਗ ਦੇ ਵਿੱਚ ਉਹਨੂੰ ਆਏ ਆ। ਜਿਹੜੀ ਪਿਛਲੇ ਜਿਹੜੀ ਇੱਕ ਮਹੀਨਾ ਪੂਰਾ ਲੰਬੀ ਸਟੱਡੀ ਚੱਲੀ ਆ, ਉਹਦੇ ਤੋਂ ਬਾਅਦ ਫਾਈਜ਼ਰ ਨੇ ਨਵੰਬਰ ਦੇ ਵਿੱਚ ਰਿਪੋਰਟ ਕੀਤਾ ਸੀ ਕਿ ਪੈਕਸਲੋਵਿਡ ਨੇ ਰਿਸਕ ਹਸਪੀਟਲਾਈਜੇਸ਼ਨ ਤੇ ਮੌਤ ਦਾ 99% ਘਟਾ ਦਿੱਤਾ, ਜਿਹੜਾ ਕਿ ਇੱਕ ਬਹੁਤ ਵੱਡੀ ਗੱਲ ਆ। ਜਦੋਂ ਹੀ ਇਹ ਦਵਾਈ ਆ ਜਾਂਦੀ ਆ ਲੋਕਾਂ ਨੂੰ ਮਿਲਣੀ ਆਮ ਤੌਰ ਦੇ ਉੱਤੇ ਸ਼ੁਰੂ ਹੋ ਜਾਂਦੀ ਆ। ਕੈਨੇਡਾ ਜਿੱਥੇ ਕਿ ਰੇਟਸ ਵੈਕਸੀਨੇਸ਼ਨ ਦਾ ਰੇਟ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਜਿੱਥੇ ਵੈਕਸੀਨ ਲੱਗੀ ਆ ਉਹਨਾਂ ਦੇ ਵਿੱਚ ਇਹਦੀ ਗਿਣਤੀ ਕੀਤੀ ਜਾਂਦੀ ਆ, ਉੱਥੇ ਵੀ ਫਿਰ ਵੀ ਜਿਹੜੀ ਹਸਪੀਟਲਾਈਜੇਸ਼ਨ ਆ ਉਹ ਵੱਧ ਰਹੀ ਆ। ਇਹਦੀ ਜਿਹੜੀ ਘਰ ਦੇ ਵਿੱਚ ਇਹ ਦਵਾਈ ਕਹਿੰਦੇ ਲਈ ਜਾ ਸਕੂਗੀ ਤੇ ਜਿਹੜਾ ਪ੍ਰੈਸ਼ਰ ਫਿਰ ਇਸ ਪੈਂਡੈਮਿਕ ਦਾ ਹਸਪੀਟਲਸ ਦੇ ਉੱਤੇ ਪਿਆ ਆ ਉਹਦੇ ਤੋਂ ਬਚਿਆ ਜਾ ਸਕਦਾ ਆ।
ਜਦੋਂ ਹੀ ਇਹ ਫਾਈਜ਼ਰ ਤੇ ਮਰਕ ਕੰਪਨੀ ਦੀਆਂ ਦੋਵੇਂ ਗੋਲੀਆਂ ਮਾਰਕੀਟ ਦੇ ਵਿੱਚ ਆ ਜਾਂਦੀਆਂ ਆ, ਜਿਹੜਾ ਹੈਲਥ ਕੈਨੇਡਾ ਆ ਉਹ ਇਹਨੂੰ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੰਦਾ, ਡਾਕਟਰ ਪ੍ਰਸਕ੍ਰਾਈਬ ਕਰਨੇ ਸ਼ੁਰੂ ਕਰ ਦਿੰਦੇ ਆ। ਖਾਸ ਕਰ ਜਿਹੜੇ ਲੋਕ ਇਮਿਊਨੋ ਕੰਪਰੋਮਾਈਜ਼ ਨੇ ਉਹਨਾਂ ਨੂੰ, ਜਾਂ ਜਿਹਨਾਂ ਲੋਕਾਂ ਨੇ ਵੈਕਸੀਨ ਨਹੀਂ ਲਵਾਈ ਉਹਨਾਂ ਨੂੰ ਫਿਰ ਇਹ ਵਾਇਰਸ ਭਾਵੇਂ ਹੋ ਵੀ ਜਾਵੇ, ਪਰ ਉਹਦੇ ਤੋਂ ਬਾਅਦ ਜਦੋਂ ਸਾਡੇ ਕੋਲ ਇਲਾਜ ਹੈਗਾ ਆ ਤਾਂ ਉਹਦੇ ਤੋਂ ਬਾਅਦ ਫਿਰ ਹਸਪੀਟਲ ਦੇ ਵਿੱਚ ਜਾਣ ਵਾਲਿਆਂ ਦੀ ਗਿਣਤੀ ਵੀ ਘਟ ਜਾਊਗੀ, ਤੇ ਇਹਦੇ ਨਾਲ ਹੀ ਜਿੰਨਾ ਚਿਰ ਬੰਦਾ ਬਿਮਾਰ ਰਹਿੰਦਾ ਆ ਉਹਦਾ ਸਮਾਂ ਵੀ ਘਟ ਜਾਊਗਾ, ਜਿਹੜੀ ਕਿ ਇੱਕ ਬਹੁਤ ਚੰਗੀ ਖਬਰ ਆ। ਤੇ ਇਹਦੇ ਨਾਲ ਇੱਕ ਆਸ ਜ਼ਰੂਰ ਵੱਝਦੀ ਆ ਕਿ ਇਹਨਾਂ ਦੋ ਕੰਪਨੀਆਂ ਨੇ ਦਵਾਈ ਐਂਟੀਵਾਇਰਲ ਬਣਾ ਲਈ ਹੈ, ਮਰਕ ਤੇ ਫਾਈਜ਼ਰ ਨੇ। ਜਦੋਂ ਹੀ ਉਪਲਬਧ ਹੋ ਜਾਂਦੀ ਹੈ ਤਾਂ ਉਹਦੇ ਬਾਅਦ ਹੋ ਸਕਦਾ ਹੈ ਇਸ ਕੋਵਿਡ-19 ਦੇ ਉੱਤੇ ਕਾਬੂ ਪਾ ਲਿਆ ਜਾਵੇ। ਕੋਵਿਡ-19 ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ। ਜਿਨ੍ਹਾਂ ਲੋਕਾਂ ਨੂੰ ਕੋਵਿਡ-19 ਹੋਇਆ ਉਹ ਇਸ ਬਿਮਾਰੀ ਤੋਂ ਪੀੜਤ ਹੋਏ, ਉਹਨਾਂ ਨੂੰ ਬਹੁਤ ਸਾਰੇ ਦੁੱਖ ਦੇ ਵਿੱਚੋਂ ਲੰਘਣਾ ਪਿਆ। ਜਿਹੜੇ ਇਹਦਾ ਦੂਜਾ ਅਸਰ ਲੋਕਾਂ ਦੇ ਉੱਤੇ ਪਿਆ, ਆਰਥਿਕਤਾ ਦੇ ਉੱਤੇ ਇਹਦਾ ਅਸਰ ਪਿਆ, ਆਉਣ ਜਾਣ ਦੇ ਉੱਤੇ ਇਹਦਾ ਅਸਰ ਪਿਆ, ਉਹ ਵੱਖਰਾ ਪਿਆ। ਪਰ ਇੱਕ ਹੋਰ ਲੋਕ ਜਿਹੜੇ ਪਹਿਲਾਂ ਬਿਮਾਰ ਸੀਗੇ, ਬਿਮਾਰੀ ਉਹਨਾਂ ਨੂੰ ਕੋਵਿਡ-19 ਨਹੀਂ ਕੋਈ ਨਾ ਕੋਈ ਹੋਰ ਸੀ, ਉਹਦੇ ਤੋਂ ਬਾਅਦ ਕੋਵਿਡ-19 ਸ਼ੁਰੂ ਹੋ ਗਿਆ। ਕੋਵਿਡ-19 ਸ਼ੁਰੂ ਹੋਣ ਤੋਂ ਬਾਅਦ ਸਾਰਿਆਂ ਦੀ ਪਹਿਲ ਇਹ ਹੋ ਗਈ ਕਿ ਪਹਿਲਾਂ ਕੋਵਿਡ ਦੇ ਮਰੀਜ਼ਾਂ ਨੂੰ ਠੀਕ ਕੀਤਾ ਜਾਵੇ। ਕੋਵਿਡ ਦੇ ਮਰੀਜ਼ਾਂ ਵੱਲ ਧਿਆਨ ਚਲੇ ਗਿਆ, ਸਾਰਾ ਹੈਲਥ ਕੇਅਰ ਸਿਸਟਮ ਉਹਨਾਂ ਦੇ ਉੱਤੇ ਲੱਗ ਗਿਆ ਕਿ ਇਹਨੂੰ ਫੈਲਣ ਤੋਂ ਰੋਕਿਆ ਜਾਵੇ, ਇਹਨਾਂ ਮਰੀਜ਼ਾਂ ਨੂੰ ਬਚਾਇਆ ਜਾਵੇ। ਜਿਹੜੇ ਲੋਕ ਹੋਰ ਬਿਮਾਰੀਆਂ ਤੋਂ ਪੀੜਤ ਸਨ ਤੇ ਉਹਨਾਂ ਦੀਆਂ ਸਰਜਰੀਆਂ ਹੋਣ ਵਾਲੀਆਂ ਸੀ, ਉਹਨਾਂ ਨੂੰ ਪਿੱਛੇ ਧੱਕ ਦਿੱਤਾ ਗਿਆ ਤੇ ਉਹਨਾਂ ਦੇ ਉੱਤੇ ਇਹਦਾ ਬਹੁਤ ਮਾੜਾ ਅਸਰ ਪਿਆ। ਕਿਸੇ ਦੀਆਂ ਗੋਡੇ ਦੀ ਸਰਜਰੀ ਹੋਣੀ ਹੈ, ਕਿਸੇ ਦੇ ਦਿਲ ਦੀ ਸਰਜਰੀ ਹੋਣੀ ਹੈ, ਕਿਸੇ ਦੀ ਕੈਂਸਰ ਦੀ ਟ੍ਰੀਟਮੈਂਟ ਹੋਣੀ ਹੈ, ਉਹਨਾਂ ਸਾਰਿਆਂ ਨੂੰ ਰੋਕ ਦਿੱਤਾ ਗਿਆ ਕਿ ਇਸ ਵੇਲੇ ਸਾਡੇ ਕੋਲ ਸਮਾਂ ਨਹੀਂ ਹੈ, ਅਸੀਂ ਇਹਨਾਂ ਨੂੰ ਰੋਕ ਰਹੇ ਹਾਂ। ਇਹਦੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਹੁਣ ਆਪਣੇ ਆਪਣੇ ਦੁੱਖ ਸਾਂਝੇ ਕਰਨੇ ਸ਼ੁਰੂ ਕੀਤੇ ਆ। ਅੰਟੈਰੀਓ ਦੀ ਇੱਕ ਔਰਤ, 30 ਸਾਲ ਦੀ ਔਰਤ ਆ, ਜਿਹੜਾ ਕੋਲਨ ਕੈਂਸਰ ਦੀ ਚੌਥੀ ਸਟੇਜ ਦੇ ਉੱਤੇ ਆ, ਸਰਜਰੀ ਉਹਦੀ ਲਗਾਤਾਰ ਪੋਸਟਪੋਨ ਹੋ ਰਹੀ ਆ ਤੇ ਉਹ ਕਹਿੰਦੀ ਹਜੇ ਤੱਕ ਮੈਨੂੰ ਇਹ ਨਹੀਂ ਪਤਾ ਵੀ ਮੇਰੀ ਸਰਜਰੀ ਹੋਣੀ ਕਦੋਂ ਆ, ਕਿਉਂਕਿ ਮੈਨੂੰ ਲਗਾਤਾਰ ਪਿੱਛੇ ਕੀਤਾ ਜਾ ਰਿਹਾ। ਅੰਟੈਰੀਓ ਦੀ ਇਹ ਔਰਤ ਕੈਸੈਂਡਰਾ ਡੀ ਮੈਰੀਆ ਇਹਦਾ ਨਾਂ ਆ। ਕਹਿੰਦੇ ਇਹਨੂੰ ਕੈਂਸਰ 2020 ਦੇ ਵਿੱਚ ਡਾਇਗਨੋਸ ਹੋਇਆ ਸੀ। ਉਹਦੇ ਤੋਂ ਬਾਅਦ ਕੈਮੋਥੈਰੇਪੀ ਸ਼ੁਰੂ ਹੋ ਗਈ। 17 ਰਾਊਂਡ ਇਸ ਕੈਮੋਥੈਰੇਪੀ ਦੇ ਇਹਦੇ ਹੋ ਚੁੱਕੇ ਆ। ਉਹਦੇ ਤੋਂ ਬਾਅਦ ਅਗਲਾ ਸਟੈਪ ਇਹ ਆ ਕਿ ਉਹ ਹੁਣ ਉਡੀਕ ਕਰ ਰਹੀ ਹੈ ਕਿ ਉਹਦੀ ਵੱਡੀ ਸਰਜਰੀ ਹੋਵੇ। ਡਿਮੈਰੀਆ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਦੱਸਿਆ, ਉਹ ਕਹਿੰਦੀ ਮੈਨੂੰ ਆਈਡੀਆ ਹੀ ਕੋਈ ਨਹੀਂ ਕਿ ਹੁਣ ਮੇਰੀ ਸਰਜਰੀ ਹੋਣੀ ਕਦੋਂ ਆ ਤੇ ਮੈਂ ਉਹਦੇ ਤੋਂ ਬਾਅਦ ਕੀ ਮੇਰਾ ਬਣਨਾ ਆ। ਉਹ ਸਰਜਰੀ ਹੋਣ ਤੋਂ ਪਹਿਲਾਂ, ਕਿਉਂਕਿ ਕੈਂਸਰ ਇੱਕ ਬਹੁਤ ਖਤਰਨਾਕ ਬਿਮਾਰੀ ਹੈ, ਇਹਦੀ ਸਰਜਰੀ ਹੋਣ ਤੋਂ ਪਹਿਲਾਂ ਡਾਕਟਰਸ ਨੇ ਉਹਨੂੰ ਦੱਸਿਆ ਕਿ ਪਿਛਲੇ ਅਕਤੂਬਰ ਦੀ ਗੱਲਬਾਤ ਆ ਕਿ ਤੈਨੂੰ ਹੁਣ ਕੈਮੋਥੈਰੇਪੀ ਤੇਰੀ ਰੋਕ ਦੇਣੀ ਆ ਤੇ ਕੁਝ ਹਫ਼ਤਿਆਂ ਤੋਂ ਬਾਅਦ ਤੇਰੀ ਬਾਡੀ ਸਟਰੋਂਗ ਹੋ ਜਾਊਗੀ, ਇਹਦੇ ਵਿੱਚ ਤਾਕਤ ਆ ਜਾਊਗੀ, ਇੰਨੀ ਕੁ ਤਾਕਤ ਆ ਜਾਊਗੀ ਕਿ ਤੇਰੀ ਸਰਜਰੀ ਤੇ ਉਹ ਸਾਰੇ ਪ੍ਰੋਸੀਜਰ ਨੂੰ ਹੈਂਡਲ ਕਰ ਸਕੂਗੀ ਤੇ ਦਸੰਬਰ ਦੇ ਵਿੱਚ ਉਹ ਕਹਿੰਦੇ ਤੈਨੂੰ ਅਸੀਂ ਤੇਰੀ ਸਰਜਰੀ ਕਰ ਦਿਆਂਗੇ। ਦਸੰਬਰ ਆ ਗਿਆ, ਦਸੰਬਰ ਤੋਂ ਬਾਅਦ ਉਹਨੂੰ ਫਿਰ ਨੋਟਿਸ ਮਿਲਦਾ, ਉਹ ਕਹਿੰਦੇ ਵੀ ਸਰਜਰੀ ਪੋਸਟਪੋਨ ਕਰ ਦਿੱਤੀ ਹੈ ਜਨਵਰੀ ਤੱਕ ਤੇ ਜਿਹੜੀ ਆ ਉਹਦੇ ਤੋਂ ਬਾਅਦ ਉਹਨੂੰ ਦੱਸਿਆ ਗਿਆ ਕਿ ਡੇਟ ਜਿਹੜੀ ਆ ਕੈਂਸਲ ਕਰ ਦਿੱਤੀ ਗਈ ਆ। ਈਮੇਲ ਉਹਨੂੰ ਆਈ, ਉਹਦੇ ਵਿੱਚ ਰਿਪਰੈਜ਼ੈਂਟੇਟਿਵ ਜਿਹੜੇ ਦੱਸ ਰਹੇ ਆ ਕਿ ਜਿਹੜੀ ਸਰਜਰੀ ਕੈਂਸਲ ਕੀਤੀ ਗਈ ਆ ਕਿਉਂਕਿ ਸਿਚੁਏਸ਼ਨ ਕੋਵਿਡ-19 ਕਰਕੇ ਸਾਰਾ ਕੁਛ ਹੀ ਕੈਂਸਲ ਹੋ ਰਿਹਾ ਇਸ ਸਟੇਜ ਦੇ ਉੱਤੇ। ਹੁਣ ਮਸਲਾ ਕੀ ਆ, ਕੀਮੋਥੈਰੇਪੀ ਭਾਵ ਉਹਨੂੰ ਜਿਹੜੀ ਦਵਾਈ ਕੈਂਸਰ ਦਾ ਇਲਾਜ ਚੱਲ ਰਿਹਾ ਸੀ ਉਹ ਬਿਮਾਰੀ ਨੂੰ ਦਬਾ ਰਿਹਾ ਆ, ਉਹ ਬਿਮਾਰੀ ਨੂੰ ਫੈਲਣ ਨਹੀਂ ਦਿੰਦਾ। ਲਗਾਤਾਰ ਉਹਦੀ ਕੀਮੋਥੈਰੇਪੀ ਹੋ ਰਹੀ ਹੈ, 17 ਵਾਰੀ ਉਹਦੀ ਕੀਮੋਥੈਰੇਪੀ ਹੋ ਚੁੱਕੀ ਹੈ। ਹੁਣ ਉਹਦੇ ਤੋਂ ਬਾਅਦ ਕੀਮੋਥੈਰੇਪੀ ਉਹਦੀ ਇਸ ਕਰਕੇ ਰੋਕ ਦਿੱਤੀ ਗਈ ਕਿਉਂਕਿ ਤੇਰੀ ਸਰਜਰੀ ਹੋਣੀ ਹੈ ਤੇ ਸਰਜਰੀ ਤੋਂ ਪਹਿਲਾਂ ਤੈਨੂੰ ਰਿਕਵਰੀ ਦੀ ਲੋੜ ਆ, ਤੇਰੀ ਬਾਡੀ ਨੂੰ ਸਟਰੋਂਗ ਹੋਣ ਦੀ ਲੋੜ ਆ। ਇਸ ਸਟੇਜ ਦੇ ਉੱਤੇ ਇਸ ਔਰਤ ਨੂੰ ਨਾ ਤਾਂ ਕੀਮੋਥੈਰੇਪੀ ਮਿਲ ਰਹੀ ਆ ਤੇ ਨਾ ਹੀ ਉਹਦੀ ਸਰਜਰੀ ਹੋ ਰਹੀ ਆ। ਮਤਲਬ ਕੀ ਆ ਕਿ ਬਿਮਾਰੀ ਉਹਦੀ ਕੁਦਰਤੀ ਤੌਰ ਤੇ ਹੋਰ ਵੱਧ ਰਹੀ ਆ ਤੇ ਉਹ ਇਸ ਗੱਲ ਤੋਂ ਬਹੁਤ ਦੁਖੀ ਆ, ਕੰਸਰਨਡ ਆ ਕਿ ਮੇਰਾ ਬਣੂਗਾ ਕੀ। ਹੁਣ ਕੈਂਸਰ ਫੈਲਣ ਦੇ ਚਾਂਸ ਉਹਦੇ ਵਿੱਚ ਬਹੁਤ ਜ਼ਿਆਦਾ ਆ। ਜਿਸ ਤਰ੍ਹਾਂ ਉਹ ਸਟਕ ਹੋਈ ਪਈ ਆ ਇਸ ਮਾਮਲੇ ਦੇ ਵਿੱਚ ਤੇ ਹੈਲਥ ਕੇਅਰ ਸਿਸਟਮ ਦੇ ਉੱਤੇ ਕੋਵਿਡ-19 ਦਾ ਪ੍ਰੈਸ਼ਰ ਹਜੇ ਤੱਕ ਨਹੀਂ ਰੁਕ ਰਿਹਾ ਤੇ ਲਗਾਤਾਰ ਜਿਹੜੀਆਂ ਸਰਜਰੀਜ਼ ਆ ਉਹ ਕੈਂਸਲ ਹੋ ਰਹੀਆਂ ਤੇ ਇਹ ਜਿਸ ਤਰੀਕੇ ਨਾਲ ਬੈਕ ਬਰਨਰ ਦੇ ਉੱਤੇ ਇਹਨਾਂ ਲੋਕਾਂ ਨੂੰ ਰੱਖਿਆ ਗਿਆ ਆ, ਉਹ ਚਿੰਤਾ ਕਰ ਰਿਹਾ ਕਿ ਸਾਡੀ ਸਰਜਰੀਜ਼ ਜਿਹੜੀਆਂ ਜਲਦੀ ਤੋਂ ਜਲਦੀ ਕੀਤੀਆਂ ਜਾਣ। ਇਹਨਾਂ ਨੂੰ ਨਾਨ ਅਰਜੈਂਟ ਸਰਜਰੀਜ਼ ਕਿਹਾ ਜਾ ਰਿਹਾ ਕਿ ਇੱਕ ਬੰਦੇ ਨੂੰ ਇਸ ਵੇਲੇ ਸਾਹ ਨਹੀਂ ਆ ਰਿਹਾ, ਉਹ ਮਰ ਰਿਹਾ ਆ, ਉਹਨੂੰ ਬਚਾਉਣਾ ਪਹਿਲ ਆ। ਇਹ ਜਿਹੜੀ ਇਸ ਕਿਸਮ ਦੀ ਸਰਜਰੀ ਆ ਇਹ ਨਾਨ ਅਰਜੈਂਟ ਆ ਤੇ ਇਹਨਾਂ ਨੂੰ ਰੋਕ ਦਿੱਤਾ ਜਾਵੇ, ਇਹਨਾਂ ਤੋਂ ਬਾਅਦ ਕਰ ਦਿੱਤਾ ਜਾਵੇ ਉਸ ਵੇਲੇ ਜਦੋਂ ਹਸਪਤਾਲ ਦੇ ਬੈੱਡ ਜਿਹੜੇ ਆ ਉਹ ਫ੍ਰੀ ਹੋ ਜਾਣਗੇ। ਸਿਚੁਏਸ਼ਨ ਬਾਰੇ ਜਿਹੜੀ ਮਿਨਿਸਟਰੀ ਆਫ ਹੈਲਥ ਦੇ ਸਪੋਕਸਮੈਨ ਕਹਿ ਰਹੇ ਆ ਕਿ ਇਹ ਡਿਸੀਜਨ ਬਹੁਤ ਔਖਾ ਆ ਤੇ ਹੈਲਥ ਕੇਅਰ ਸਿਸਟਮ ਨੂੰ ਇਹ ਸਾਰੇ ਕੁਝ ਦਾ ਦੇਖਣਾ ਚਾਹੀਦਾ ਆ, ਇਸ ਚੀਜ਼ ਨੂੰ ਮੈਨੇਜ ਕੀਤਾ ਜਾਣਾ ਚਾਹੀਦਾ। ਪਰ ਇਹ ਕਦੋਂ ਕੋਵਿਡ-19 ਖਤਮ ਹੋਣਾ, ਕਦੋਂ ਇਹ ਸਾਰਾ ਕੁਝ ਮੈਨੇਜ ਹੋਣਾ, ਕੋਵਿਡ-19 ਜਿਹੜੇ ਲੋਕਾਂ ਨੂੰ ਮਾਰ ਰਿਹਾ ਆ, ਜਿੰਨਾ ਨੁਕਸਾਨ ਕਰ ਰਿਹਾ ਆ,
ਉਹਦੇ ਨਾਲ ਕੋਵਿਡ-19 ਕਰਕੇ ਜਿਹੜੇ ਹਸਪਤਾਲ ਬਿਜ਼ੀ ਹੋਏ ਆ, ਉਹਦੇ ਤੇ ਪਿੱਛੇ ਜਿੰਨੇ ਲੋਕ ਪਏ ਆ, ਉਹ ਲੋਕ ਕਿੰਨੇ ਤੰਗ ਨੇ, ਉਹ ਵੀ ਆਪਣੀ ਕਹਾਣੀ ਸਾਂਝੀ ਕਰ ਰਹੇ ਆ। ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਰੇਟ ਬਹੁਤ ਹਾਈ ਆ। ਜਿੰਨੀ ਕੈਨੇਡਾ ਦੇ ਵਿੱਚ ਵੈਕਸੀਨ ਚਾਹੀਦੀ ਹੈ, ਕੈਨੇਡਾ ਨੇ ਉਹ ਤੋਂ ਕਿਤੇ ਜ਼ਿਆਦਾ ਵੈਕਸੀਨ ਦਾ ਆਰਡਰ ਦੇ ਦਿੱਤਾ, ਡਾਊਨ ਪੇਮੈਂਟ ਦੇ ਦਿੱਤੀ, ਤੇ ਸਮੇਂ ਦੇ ਨਾਲ ਵੱਖ-ਵੱਖ ਕੰਪਨੀਆਂ ਨੇ ਉਹ ਵੈਕਸੀਨ ਕੈਨੇਡਾ ਦੇ ਵਿੱਚ ਪਹੁੰਚਾ ਦਿੱਤੀ। ਉਹ ਲੱਗਣੀ ਸ਼ੁਰੂ ਹੋ ਗਈ ਤੇ ਲਗਭਗ ਸਾਰੇ ਲੋਕਾਂ ਨੂੰ, ਥੋੜ੍ਹੇ ਜਿਹਾ ਨੂੰ ਛੱਡ ਕੇ, ਵੈਕਸੀਨ ਲੱਗ ਗਈ। ਪਰ ਇਹ ਹਾਲਤ ਪੂਰੀ ਦੁਨੀਆ ਦੇ ਵਿੱਚ ਨਹੀਂ ਹੈ। ਪੂਰੀ ਦੁਨੀਆ ਦੇ ਵਿੱਚ ਇਸ ਕਿਸਮ ਦਾ ਸਿਸਟਮ ਨਹੀਂ ਹੈ ਕਿ ਉੱਥੇ ਇੰਨੀ ਸੌਖੀ ਵੈਕਸੀਨ ਪਹੁੰਚ ਜਾਵੇ, ਕਿਉਂਕਿ ਪੂਰੇ ਦੁਨੀਆ ਦੇ ਵਿੱਚ ਅਜੇ ਤੱਕ ਵੈਕਸੀਨ ਪਹੁੰਚੀ ਨਹੀਂ ਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ 1% ਤੋਂ ਵੀ ਘੱਟ ਵੈਕਸੀਨ ਲੱਗੀ ਹੈ ਤੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਹੋ ਸਕਦਾ ਹੋਰ 2-3 ਸਾਲ ਇੱਦਾਂ ਹੀ ਲੱਗ ਜਾਣ ਸਾਰਿਆਂ ਨੂੰ ਵੈਕਸੀਨੇਟ ਕਰਨ ਦੇ ਲਈ। ਤੇ ਉੱਤੋਂ ਜਿਹੜੀਆਂ ਇਹਦੀਆਂ ਤੀਜੀ ਤੇ ਚੌਥੀ ਡੋਜ਼ ਆ ਰਹੀ ਹੈ, ਜੇ ਸਾਰੀਆਂ ਲਾਉਣੀਆਂ ਪਈਆਂ ਤਾਂ ਸਮਾਂ ਕਿੰਨਾ ਲੰਮਾ ਚਲਿਆ ਜਾਣਾ, ਇਹਦਾ ਅੰਦਾਜ਼ਾ ਲਾਇਆ ਜਾ ਸਕਦਾ। ਇੱਕ ਫੋਟੋ ਬਹੁਤ ਵਾਇਰਲ ਹੋਈ ਹੈ ਪਿਛਲੇ ਸਮੇਂ ਦੇ ਵਿੱਚ। ਇੱਕ ਮੂਲ ਨਿਵਾਸੀ ਭਾਈਚਾਰੇ ਦਾ ਵਿਅਕਤੀ, ਉਹਨੇ ਆਪਣੇ ਬਾਪ ਨੂੰ ਆਪਣੀ ਪਿੱਠ ਦੇ ਉੱਤੇ ਚੁੱਕਿਆ ਆ ਤੇ ਕੋਵਿਡ-19 ਦੀ ਵੈਕਸੀਨ ਲਵਾਉਣ ਦੇ ਲਈ ਬ੍ਰਾਜ਼ੀਲੀਅਨ ਐਮਾਜ਼ੋਨ ਦੇ ਵਿੱਚ ਉਹ ਤੁਰ ਰਿਹਾ ਆ। ਇਹ ਫੋਟੋ ਬਹੁਤ ਵਾਇਰਲ ਹੋਈ ਆ। ਵੈਕਸੀਨੇਸ਼ਨ ਕਿੰਨੀ ਜ਼ਿਆਦਾ ਔਖੀ ਹੋ ਸਕਦੀ ਆ ਦੁਨੀਆ ਦੇ ਰਿਮੋਟ ਥਾਵਾਂ ਦੇ ਉੱਤੇ, ਉਹਦਾ ਅੰਦਾਜ਼ਾ ਇਸ ਫੋਟੋ ਤੋਂ ਲਾਇਆ ਜਾ ਸਕਦਾ। ਇਹ ਫੋਟੋ ਇੱਕ ਡਾਕਟਰ ਨੇ ਲਈ ਆ, ਜਿਹਦੇ ਵਿੱਚ 24 ਸਾਲਾ ਵਿਅਕਤੀ, ਜਿਹਦਾ ਨਾਂ ਟੈਵੇ ਦੱਸਿਆ ਜਾ ਰਿਹਾ, ਵਾਹੂ ਉਹਦਾ ਪਿਤਾ ਆ, ਉਹਦੀ ਉਮਰ 67 ਸਾਲ ਆ, ਉਹਨਾਂ ਨੂੰ ਵੈਕਸੀਨ ਦਿੱਤੀ ਗਈ। ਉਹਦੇ ਤੋਂ ਬਾਅਦ ਇਹ ਉਸ ਡਾਕਟਰ ਨੇ ਫੋਟੋ ਲਈ ਆ ਤੇ ਦੱਸਿਆ ਜਾ ਰਿਹਾ ਕਿ ਕਈ ਘੰਟੇ ਚੱਲ ਕੇ ਉਹ ਵੈਕਸੀਨ ਲਵਾਉਣ ਵਾਲੀ ਥਾਂ ਦੇ ਉੱਤੇ ਪਹੁੰਚੇ ਆ। ਅਫੀਸ਼ੀਅਲ ਦੱਸਦੇ ਆ ਕਿ 853 ਇੰਡੀਜੀਨੀਅਸ ਲੋਕ ਕੋਵਿਡ-19 ਨਾਲ ਬ੍ਰਾਜ਼ੀਲ ਦੇ ਵਿੱਚ ਮਰ ਚੁੱਕੇ ਆ। ਇੰਡੀਜੀਨੀਅਸ ਰਾਈਟਸ ਗਰੁੱਪ ਦੱਸ ਰਹੇ ਆ ਕਿ ਗਿਣਤੀ 853 ਤੋਂ ਕਿਤੇ ਜ਼ਿਆਦਾ ਆ। ਇਹ ਸਿਰਫ ਅਫੀਸ਼ੀਅਲ ਡਾਟਾ ਆ। NGO ਇੱਕ ਉਹਨਾਂ ਨੇ ਸਰਵੇ ਕੀਤਾ ਸੀ ਤੇ ਉਹਨਾਂ ਨੇ ਇਹ ਗਿਣਤੀ ਬਹੁਤ ਜ਼ਿਆਦਾ ਦੱਸੀ ਸੀ। ਇਹ ਟਾਵੇ ਤੇ ਵਾਹੂ ਇੱਕ ਜ਼ੋਏ ਇੰਡੀਜੀਨੀਅਸ ਕਮਿਊਨਿਟੀ ਦੇ ਨਾਲ ਸੰਬੰਧ ਰੱਖਦੇ ਆ, ਜਿਹਦੇ 325 ਮੈਂਬਰ ਕਹਿੰਦੇ ਰਹਿੰਦੇ ਆ, ਇੱਕ ਆਈਸੋਲੇਸ਼ਨ ਦੇ ਵਿੱਚ ਰਹਿੰਦੇ ਆ। ਦਰਜਨਾਂ ਹੀ ਪਿੰਡ ਨੇ ਉੱਥੇ ਇਸ ਏਰੀਆ ਦੇ ਵਿੱਚ, ਤੇ 1.2 ਮਤਲਬ ਏਰੀਏ ਨੂੰ ਅੰਦਾਜ਼ਾ ਲਾਉਣਾ ਹੋਵੇ ਤਾਂ 1.2 ਮਿਲੀਅਨ ਫੁੱਟਬਾਲ ਫੀਲਡ ਜਿੰਨਾ ਇਹ ਇਲਾਕਾ ਆ। ਦੱਸਿਆ ਜਾ ਰਿਹਾ ਕਿ ਡਾਕਟਰ ਜਿਹਨੇ ਇਹ ਫੋਟੋ ਲਈ ਆ, ਉਹ ਕਹਿੰਦੇ ਵੀ ਉਹ ਬਹੁਤ ਔਖਾ ਤੁਰ ਸਕਦਾ ਸੀ ਕਿਉਂਕਿ ਉਹਦੀ ਕ੍ਰੋਨਿਕ ਯੂਰੀਨਰੀ ਪ੍ਰੋਬਲਮ ਸੀ। ਤੇ ਦੱਸਿਆ ਜਾ ਰਿਹਾ ਕਿ ਉਹ ਆਪਣੇ ਪਿਤਾ ਨੂੰ 5 ਤੋਂ 6 ਘੰਟੇ ਪਿੱਠ ਦੇ ਉੱਤੇ ਚੱਕ ਕੇ ਤੁਰਦਾ ਰਿਹਾ ਤਾਂ ਵੈਕਸੀਨ ਲਵਾਉਣ ਦੇ ਲਈ ਪਹੁੰਚਿਆ। ਜਿਹਨਾਂ ਲੋਕਾਂ ਨੂੰ ਵੈਕਸੀਨ ਮਿਲ ਨਹੀਂ ਰਹੀ, ਉਹ ਵੈਕਸੀਨ ਤੱਕ ਪਹੁੰਚਣ ਲਈ ਇੰਨੀ ਸਖਤ ਮੁਸ਼ੱਕਤ ਕਰ ਰਹੇ ਆ, ਤੇ ਜਿਹੜੇ ਲੋਕਾਂ ਨੂੰ ਕਈ ਥਾਵਾਂ ਦੇ ਉੱਤੇ ਵਿਕਸਿਤ ਦੇਸ਼ਾਂ ਦੇ ਵਿੱਚ ਵੈਕਸੀਨ ਮਿਲ ਰਹੀ ਆ, ਉਹ ਇਹਨੂੰ ਪੂਰੀ ਤਰ੍ਹਾਂ ਲਵਾ ਨਹੀਂ ਰਹੇ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਇਹ ਇੱਕ ਜਿਹੜਾ ਪਿਆਰ ਦਾ ਰਿਸ਼ਤਾ ਹੁੰਦਾ, ਉਹਦੀ ਵੀ ਬਹੁਤ ਵਧੀਆ ਉਦਾਹਰਨ ਆ। ਜਿਸ ਡਾਕਟਰ ਨੇ ਇਹ ਫੋਟੋ ਲਈ ਆ, ਉਹਦਾ ਇਹ ਕਹਿਣਾ ਹੈ। ਇਹ ਫੋਟੋ ਅੱਜ ਨਹੀਂ ਲਈ ਗਈ, ਇਹ ਫੋਟੋ ਜਨਵਰੀ 2021 ਜਾਣੀ ਪਿਛਲੇ ਸਾਲ ਦੇ ਜਨਵਰੀ ਦੇ ਵਿੱਚ ਸਾਹਮਣੇ ਆਈ ਸੀ। ਕੋਵਿਡ-19 ਵੈਕਸੀਨੇਸ਼ਨ ਕੈਂਪੇਨ ਬ੍ਰਾਜ਼ੀਲ ਦੇ ਵਿੱਚ ਚੱਲੀ ਸੀ। ਦੁਨੀਆ ਦੀ ਸਭ ਤੋਂ ਇੱਕ ਹਾਰਡ ਹਿੱਟ ਕੰਟਰੀ ਆ, ਜਿਹਨੇ ਪੈਂਡੈਮਿਕ ਨੇ ਜਿਹਦਾ ਸਭ ਤੋਂ ਵੱਧ ਨੁਕਸਾਨ ਕੀਤਾ ਆ। ਤੇ ਉਹਨੇ ਡਾਕਟਰ ਨੇ ਆਪਣੇ ਇੰਸਟਾਗ੍ਰਾਮ ਦੇ ਉੱਤੇ 1 ਜਨਵਰੀ ਨੂੰ ਪਿਛਲੇ ਸਾਲ ਇਹ ਫੋਟੋ ਸ਼ੇਅਰ ਕੀਤੀ ਸੀ ਤਾਂ ਕਿ ਲੋਕਾਂ ਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ ਆਵੇ ਤੇ ਨਵਾਂ ਸਾਲ ਬਹੁਤ ਇੱਕ ਖੁਸ਼ੀਆਂ ਭਰਾ ਸ਼ੁਰੂ ਹੋਵੇ। ਵੈਕਸੀਨੇਸ਼ਨ ਕੋਵਿਡ-19 ਦੇ ਲਈ ਬ੍ਰਾਜ਼ੀਲ ਦੇ ਵਿੱਚ ਤੇ ਇੰਡੀਜੀਨੀਅਸ ਲੋਕਾਂ ਦੇ ਲਈ ਇੱਕ ਪ੍ਰਾਇੋਰਟੀ ਗਰੁੱਪ ਉਹਨਾਂ ਨੂੰ ਮੰਨਿਆ ਗਿਆ, ਉਹਨਾਂ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਤੇ ਅਜੇ ਤੱਕ ਉੱਥੇ ਵੈਕਸੀਨੇਸ਼ਨ ਦਾ ਜਿਹੜਾ ਪ੍ਰੋਸੈਸ ਆ ਇਸੇ ਤਰ੍ਹਾਂ ਚੱਲ ਰਿਹਾ ਹੈ। ਇਹ ਜਿਹੜਾ ਵਿਅਕਤੀ ਜਿਹਨੂੰ ਉਹਨੇ ਪੁੱਤਰ ਨੇ ਆਪਣੇ ਮੋਢਿਆਂ ਤੇ ਚੁੱਕਿਆ ਹੈ, ਵਾਹੂ, ਦੱਸਦੇ ਆ ਕਿ ਉਹਦੀ ਕਿਸੇ ਕਾਰਨ ਕਰਕੇ ਪਿਛਲੇ ਸਤੰਬਰ ਦੇ ਵਿੱਚ ਮੌਤ ਹੋ ਗਈ ਸੀ। ਕਿਸ ਕਾਰਨ ਕਰਕੇ ਮੌਤ ਹੋਈ ਇਹਦੇ ਬਾਰੇ ਪਤਾ ਨਹੀਂ ਲੱਗ ਰਿਹਾ। ਜਿਹੜਾ ਉਹਦਾ ਬੇਟਾ ਆ ਟਾਵੇ, ਉਹ ਆਪਣੇ ਪਰਿਵਾਰ ਦੇ ਨਾਲ ਇਸ ਵੇਲੇ ਖੁਸ਼ੀ-ਖੁਸ਼ੀ ਰਹਿ ਰਿਹਾ। ਇੱਕ ਵਾਇਰਲ ਹੋਈ ਫੋਟੋ ਜਿਹੜੀ ਸਾਨੂੰ ਇਹ ਵੀ ਦੱਸਦੀ ਆ ਕਿ ਵੈਕਸੀਨੇਸ਼ਨ ਤੱਕ ਪਹੁੰਚਣ ਦੇ ਲੋਕਾਂ ਨੂੰ ਕਿੰਨਾ ਤਰੱਦਦ ਕਰਨਾ ਪੈ ਰਿਹਾ ਤੇ ਪਿਆਰ ਕੀ ਹੁੰਦਾ ਕਿ ਇੱਕ ਪੁੱਤਰ ਜਿਹੜਾ ਆਪਣੇ ਪਿਤਾ ਨੂੰ 5 ਤੋਂ 6 ਘੰਟੇ ਪਿੱਠ ਦੇ ਉੱਤੇ ਚੁੱਕ ਕੇ ਵੈਕਸੀਨੇਸ਼ਨ ਲਵਾਉਣ ਦੇ ਲਈ ਬ੍ਰਾਜ਼ੀਲ ਦੇ ਵਿੱਚ ਤੁਰਿਆ ਹੈ। ਜਦੋਂ ਦਾ ਕੋਵਿਡ-19 ਸ਼ੁਰੂ ਹੋਇਆ, ਫਲਾਈਟਸ ਲਗਾਤਾਰ ਕੈਂਸਲ ਹੁੰਦੀਆਂ ਰਹੀਆਂ। ਪਿਛਲੇ ਸਮੇਂ ਦੇ ਵਿੱਚ ਦੁਬਾਰਾ ਸ਼ੁਰੂ ਹੋਈਆਂ, ਪਰ ਫਿਰ ਇਹਨਾਂ ਦੇ ਕੈਂਸਲ ਹੋਣ ਦਾ ਸਿਲਸਿਲਾ ਸਾਹਮਣੇ ਆਇਆ। ਚਾਈਨੀਜ਼ ਏਵੀਏਸ਼ਨ ਅਥਾਰਟੀ ਨੇ ਆਰਡਰ ਕੀਤਾ ਆ ਕਿ ਕੁਝ ਫਲਾਈਟਸ ਜਿਹੜੀਆਂ ਅਮਰੀਕਾ ਤੋਂ ਆ ਰਹੀਆਂ ਉਹਨਾਂ ਨੂੰ ਕੈਂਸਲ ਕਰ ਦਿੱਤਾ ਜਾਊਗਾ ਆਉਣ ਵਾਲੇ ਹਫ਼ਤਿਆਂ ਦੇ ਵਿੱਚ। ਚੀਨ ਦੁਆਰਾ ਅਮਰੀਕਾ ਦੀਆਂ ਕੁਝ ਫਲਾਈਟਸ ਨੂੰ ਕੈਂਸਲ ਕਰਨ ਦਾ ਮਾਮਲਾ ਸਾਹਮਣੇ ਆਇਆ
ਤੇ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਵਾਲਾ ਮਾਮਲਾ ਵੀ ਹੈ। ਬਹੁਤ ਸਾਰੇ ਲੋਕ ਅਮਰੀਕਾ ਤੋਂ ਚਾਈਨਾ ਜਾਂ ਚਾਈਨਾ ਦੇ ਰਸਤੇ ਤੋਂ ਦੂਜਿਆਂ ਦੇਸ਼ਾਂ ਨੂੰ ਜਾਂਦੇ ਆ। ਫਲਾਈਟਸ ਜਿਹੜੀਆਂ ਦੂਜੇ ਦੇਸ਼ਾਂ ਤੋਂ, ਫਰਾਂਸ ਤੋਂ, ਇੰਡੋਨੇਸ਼ੀਆ ਤੋਂ, ਯੂਨਾਈਟਿਡ ਅਰਬ ਅਮੀਰਾਤ ਤੋਂ ਵੀ ਇਹਦੇ ਅੰਡਰ ਆਉਣਗੀਆਂ। ਇੱਕ ਲਿਸਟ ਰਿਲੀਜ਼ ਕੀਤੀ ਹੈ ਸਿਵਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਆਫ ਚਾਈਨਾ ਨੇ ਸ਼ੁੱਕਰਵਾਰ ਨੂੰ, ਜਿਹਦੇ ਵਿੱਚ ਉਹਨਾਂ ਨੇ ਜਿਹੜੀਆਂ ਨਵੀਆਂ ਬੈਨ ਕੀਤੀਆਂ ਅਮਰੀਕਨ 에ਅਰਲਾਈਨ ਗਰੁੱਪ ਇਨਕੋਰਪੋਰੇਸ਼ਨ ਦੀਆਂ, ਡੈਲਟਾ 에ਅਰਲਾਈਨ ਇਨਕੋਰਪੋਰੇਸ਼ਨ ਦੀਆਂ ਫਲਾਈਟਸ ਜਿਹੜੀਆਂ ਸ਼ੰਘਾਈ ਨੂੰ ਆਉਂਦੀਆਂ ਸੀ ਡੈਲਸ ਤੋਂ ਤੇ ਡੈਟਰੋਇਟ ਤੋਂ, ਉਹਨਾਂ ਨੂੰ ਇਸੇ ਤਰ੍ਹਾਂ ਹੀ ਜਿਹੜੀਆਂ ਉਹਨਾਂ ਨੇ ਕਈ ਦਰਜਨਾਂ ਫਲਾਈਟਸ ਆ ਇਸ ਲਿਸਟ ਦੇ ਵਿੱਚ ਸ਼ਾਮਲ ਕੀਤੀਆਂ, ਜਿਨ੍ਹਾਂ ਦੇ ਵਿੱਚ ਯੂਨਾਈਟਿਡ 에ਅਰਲਾਈਨਸ ਹੋਲਡਰਸ ਇਨਕੋਰਪੋਰੇਸ਼ਨ, ਚਾਈਨੀਜ਼ 에ਅਰਲਾਈਨਸ ਉਹ ਵੀ ਇਸ ਲਿਸਟ ਦੇ ਵਿੱਚ ਸ਼ਾਮਲ ਸੀ, ਜਿਹੜੀਆਂ ਇਸ ਸਾਲ ਦੇ ਸ਼ੁਰੂ ਦੇ ਵਿੱਚ ਇਸ ਦੋਹਾਂ ਦੇਸ਼ਾਂ ਦੇ ਵਿੱਚ ਜਾਂ ਚੀਨ ਨੇ ਬਾਹਰਲੇ ਦੇਸ਼ਾਂ ਤੋਂ ਆਪਣੇ ਦੇਸ਼ ਦੇ ਵਿੱਚ ਇਹਨੂੰ ਘਟਾਉਣ ਦੇ, ਲੋਕਾਂ ਦੀ ਦਾਖਲੇ ਨੂੰ ਘਟਾਉਣ ਦੇ ਲਈ ਕੀਤਾ ਗਿਆ ਸੀ। ਜਿਹੜਾ ਕਈ ਰੂਟਸ ਪੈਰਿਸ ਤੋਂ ਸ਼ੰਘਾਈ, ਜਕਾਰਟਾ ਤੋਂ ਵੁਹਾਨ, ਆਬੂ ਧਾਬੀ ਤੋਂ ਸ਼ੰਘਾਈ, ਇਹ ਵੀ ਇਹਦੇ ਵਿੱਚ ਸ਼ਾਮਲ ਆ। ਪਿਛਲੀ ਵਾਰੀ ਜਿਹੜੇ ਰੂਲ ਅਨਾਊਂਸ ਕੀਤੇ ਗਏ ਸੀ ਉਹਨਾਂ ਦੇ ਵਿੱਚ 에ਅਰਲਾਈਨਸ ਜਿਨ੍ਹਾਂ ਦੀਆਂ ਫਲਾਈਟਸ ਇੱਥੇ ਪਹੁੰਚਦੀਆਂ ਆ 5 ਤੋਂ ਜ਼ਿਆਦਾ ਕੋਵਿਡ-19 ਦੇ ਮਰੀਜ਼ਾਂ ਦੇ ਨਾਲ, ਉਹਨਾਂ ਨੂੰ ਉਸ ਰੂਟ ਦੇ ਉੱਤੇ 2 ਹਫ਼ਤਿਆਂ ਦੇ ਲਈ ਸਸਪੈਂਡ ਕਰ ਦਿੱਤਾ ਜਾਂਦਾ ਸੀ। ਤੇ ਜੇ ਕੋਈ ਫਲਾਈਟ ਉੱਥੇ ਪਹੁੰਚਦੀ ਆ 10 ਤੋਂ ਜ਼ਿਆਦਾ ਮਰੀਜ਼ਾਂ ਦੇ ਨਾਲ ਤਾਂ ਉਹਨੂੰ 4 ਹਫ਼ਤਿਆਂ ਦੇ ਲਈ ਸਸਪੈਂਡ ਕਰ ਦਿੱਤਾ ਜਾਂਦਾ ਸੀ। ਸੋ ਹੁਣ ਜਦੋਂ ਕਿ ਉੱਥੇ 1 ਹਫ਼ਤਾ ਰਹਿ ਗਿਆ ਜਿਹੜਾ 2022 ਦੇ ਵਿੱਚ ਵਿੰਟਰ ਓਲੰਪਿਕਸ ਦੇ ਲਈ 1 ਹਫ਼ਤਾ ਨਹੀਂ, ਕੁਛ ਹਫ਼ਤੇ ਰਹਿ ਗਏ, ਫਰਵਰੀ ਦੇ ਵਿੱਚ ਇਹ ਸ਼ੁਰੂ ਹੋਣੀ ਹੈ। ਉਹ ਕੁਛ ਹਫ਼ਤੇ ਪਹਿਲਾਂ ਇਸ ਵੇਲੇ ਇਹ ਫਲਾਈਟਸ ਨੂੰ ਕੈਂਸਲ ਕੀਤਾ ਜਾਣਾ ਤੇ ਜਿਹੜੀ ਉਹਨਾਂ ਦੀ ਪਾਲਿਸੀ ਹੈ ਕਿ ਅਸੀਂ ਜ਼ੀਰੋ ਕੋਵਿਡ ਪਾਲਿਸੀ ਨੂੰ ਫੋਲੋ ਕਰਨਾ ਆ, ਉਹਨਾਂ ਦੇ ਲਈ ਇਹ ਜ਼ਰੂਰੀ ਵੀ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਵਿਡ-19 ਵੱਧਦਾ ਆ, ਫਲਾਈਟਸ ਹੋਰ ਕੈਂਸਲ ਹੁੰਦੀਆਂ ਜਾਂ ਇਹ ਘਟਦਾ ਆ ਤੇ ਫਲਾਈਟਸ ਜਿਹੜੀਆਂ ਹੋਰ ਜ਼ਿਆਦਾ ਆਉਣ ਦੀ ਚੀਨ ਆਪਣੇ ਦੇਸ਼ ਦੇ ਵਿੱਚ ਆਗਿਆ ਦਿੰਦਾ ਆ, ਇਹ ਭਵਿੱਖ ਦੇ ਵਿੱਚ ਪਿਆ ਸਵਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।